ਵਾਹਿਗੁਰੂ 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 ਵਾਹਿਗੁਰੂ। ਖੰਡਾਂ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ ਜਾਹਰਾ ਜਹੂਰ ਹਾਜ਼ਰਾ ਹਜੂਰ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਵਨ ਨਗੀ ਗੋਦ ਅੰਦਰ ਸੁਭਾਈਮਾਨ ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਸੱਚਖੰਡ ਸਾਹਿਬ ਵਿਖੇ ਸੁਭਾਈਮਾਨ ਹੋ ਕਰਕੇ ਸਾਡੇ ਕਲਯੁਗੀ ਜੀਵਾਂ ਦੇ ਆਧਾਰ ਹਿੱਤ ਸਾਡੇ ਤੇ ਬਖਸ਼ਿਸ਼ ਕਰਦਿਆਂ ਹੋਇਆਂ, ਰਹਿਮਤ ਕਰਦਿਆਂ ਹੋਇਆਂ, ਸਵੇਰੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਾਨੂੰ ਨਿਵਾਜਣਾ ਕੀਤਾ ਹੈ। ਅੱਜ ਦੇ ਦਿਹਾੜੇ ਜੋ ਜੀਵਾਂ ਦੀ ਬੜੇ ਲੰਮੇ ਸਮੇਂ ਦੀ ਬੇਨਤੀ ਅਰਜ਼ੋਈ ਹੈ ਕਿ ਹੇ ਸਤਿਗੁਰੂ ਸਾਹਿਬ ਜੀ, ਆਪ ਕਿਰਪਾ ਕਰਕੇ, ਰਹਿਮਤ ਕਰਕੇ, ਦਇਆ ਕਰਕੇ ਸਮਝਾਓ ਕਿ ਸੁਖੈਨ ਮੁਕਤੀ ਦਾ ਰਸਤਾ ਕਿਹੜਾ ਹੈ, ਕਿਸ ਤਰੀਕੇ ਦੇ ਨਾਲ ਆਪ ਜੀ ਦੇ ਪਿਆਰੇ ਜਿਹੜੇ ਸੰਤ ਮਹਾਤਮਾ ਹਨ ਉਹਨਾਂ ਦਾ ਉਧਾਰ ਹੋਇਆ ਹੈ। ਸਾਨੂੰ ਵੀ ਦੱਸੋ ਉਹ ਕਿਹੜਾ ਆਪ ਜੀ ਦੀ ਕਲਾ ਹੈ, ਕਿਹੜੀ ਸ਼ਕਤੀ ਹੈ, ਕਿਹੜਾ ਆਪ ਜੀ ਦਾ ਅਜਿਹਾ ਮੰਤਰ ਹੈ ਜੋ ਆਪ ਜੀ ਦੇ ਪਿਆਰੇ ਮਹਾਂਪੁਰਖਾਂ ਭਗਤਾਂ ਨੇ ਜਪਣਾ ਕੀਤਾ, ਸੰਤਾਂ ਨੇ ਜਪਣਾ ਕੀਤਾ ਹੈ, ਜਿਸ ਦੁਆਰਾ ਉਹਨਾਂ ਦਾ ਉਧਾਰ ਹੋਇਆ। ਸਾਡਾ ਵੀ ਉਧਾਰ ਹੋ ਸਕਦਾ ਹੋਵੇ ਤਾਂ ਕਿਰਪਾ ਕਰਿਆ ਜੇ। ਤਾਂ ਕਿਰਪਾਲੂ ਜੀ ਨੇ ਬਖਸ਼ਿਸ਼ ਦੇ ਘਰ ਵਿੱਚ ਆਣ ਕਰਕੇ ਜੋ ਅੱਜ ਦੇ ਦਿਹਾੜੇ ਹੁਕਮਨਾਮੇ ਰੂਪ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਸ ਅੰਦਰ ਜੋ ਸਾਨੂੰ ਸਮਝਾ ਰਹੇ ਹਨ ਉਹ ਇਹੋ ਹੀ ਹੈ ਗੁਰੂ ਕਾ ਸਿੱਖਾ। ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹਨ ਉਹ ਕਿਸ ਆਸਰੇ ਨੂੰ ਲੈ ਕਰਕੇ ਤਰੇ ਹਨ। ਮਹਾਰਾਜ ਉਹਨਾਂ ਦਾ ਹਿਰਦਾ ਬੜਾ ਸ਼ਾਂਤ ਹੈ, ਉਹ ਦੱਸੋ, ਉਹ ਵੀ ਸਾਨੂੰ ਦੱਸਣਗੇ। ਉਹ ਜੋ ਦਿਆਲੂ ਜੀ ਸਾਡੇ ਤੇ ਬਖਸ਼ਿਸ਼ ਕਰ ਰਹੇ ਹਨ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਪ੍ਰੇਮ ਸਤਿਕਾਰ ਸਹਿਤ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਇਆਲੰ। ਸੋ ਦਿਆਲਤਾ ਕੀਤੀ ਹੈ, ਕਿਰਪਾ ਦੇ ਖਜ਼ਾਨੇ ਸਤਿਗੁਰੂ ਸਾਹਿਬ ਜੀ ਮਹਾਰਾਜ। ਸੰਤ ਕਿਵੇਂ ਉਦਰੇ ਹਨ? ਕਹਿੰਦੇ ਭਾਈ ਦਿਆਲੰ, ਦਿਆਲੂ ਜੋ ਅਕਾਲ ਪੁਰਖ ਵਾਹਿਗੁਰੂ ਹੈ ਨਾ, ਜਿਹੜਾ ਦਇਆ ਦਾ ਆਲਾ ਘਰ ਹੈ, ਜਿਸ ਦੇ ਘਰ ਵਿੱਚ ਦਇਆ ਦੇ ਲਬਾਲਬ ਖਜ਼ਾਨੇ ਭਰੇ ਹੋਏ ਹਨ, ਉਸ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹਦੀ ਦਿਆਲਤਾ ਸਦਕਾ ਆਸਰੰ ਗੋਪਾਲ ਕੀਰਤਨ ਹੈ। ਮਹਾਰਾਜ ਕੋਈ ਆਸਰਾ ਤੇ ਲਿਆ ਹੋਵੇਗਾ। ਕਹਿੰਦੇ ਹਾਂ ਭਾਈ, ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਸੰਤਾਂ ਮਹਾਤਮਾ ਨੂੰ ਆਸਰਾ ਹੈ ਜੋ ਪ੍ਰਿਥਵੀ ਦਾ ਪਾਲਣਹਾਰਾ ਹੈ। ਗੋਪਾਲ ਗੋ ਨਾਮ ਹੈ ਪ੍ਰਿਥਵੀ ਦਾ, ਪਾਲ ਉਹਦਾ ਜਿਹੜਾ ਪਾਲਣਹਾਰਾ ਪਰਮੇਸ਼ਰ ਹੈ ਨਾ, ਉਹਦੇ ਕੀਰਤਨ ਦਾ ਆਸਰਾ ਉਹਨਾਂ ਲਿਆ ਹੈ। ਉਹ ਕੈਸੇ ਹਨ ਮਹਾਂਪੁਰਖ ਮਹਾਤਮਾ? ਜਦੋਂ ਆਪਾਂ ਸ੍ਰੀ ਤਰਨ ਤਾਰਨ ਸਾਹਿਬ ਪਹੁੰਚਦੇ ਹਨ, ਉੱਥੇ ਚੌਂਕ ਦੇ ਨੇੜੇ ਇੱਕ ਮਹਾਂਪੁਰਖਾਂ ਦਾ ਸਥਾਨ ਹੈ, ਬਾਬਾ ਪਾਲ ਸਿੰਘ ਜੀ ਨਿਰਮਲ ਕੁਟੀਆ ਵਾਲੇ ਮਹਾਂਪੁਰਖ। ਉਹਨਾਂ ਦੇ ਜੀਵਨ ਕਥਾ ਪੜ੍ਹੋ। ਮਹਾਂਪੁਰਖਾਂ ਦਾ ਜੀਵਨ ਕੈਸਾ ਹੈ? 2 ਭਜੰਗਣਾ ਤੇ 1 ਭਜੰਗੀ ਹੈ ਮਹਾਂਪੁਰਖਾਂ ਦਾ। ਪਰਮੇਸ਼ਰ ਵਾਹਿਗੁਰੂ ਦਾ ਭਾਣਾ ਭਜੰਗੀ ਚੜ੍ਹਾਈ ਕਰ ਗਿਆ। ਤੇ ਹੁਣ ਆਮ ਸਾਡਾ ਸੁਭਾਅ ਹੈ ਕਿ ਜਦੋਂ ਅਜਿਹਾ ਕੋਈ ਭਾਣਾ ਵਰਤ ਜਾਵੇ ਤੇ ਆਪਾਂ ਜਾ ਕੇ ਕਹਿੰਦੇ ਹਾਂ ਕਿ ਭਾਈ ਬੜਾ ਮਾੜਾ ਹੋਇਆ। ਆਮ ਸੁਭਾਵਿਕ ਸ਼ਬਦ ਹੈ ਜ਼ੁਬਾਨ ਦਾ ਕਿ ਅਸੀਂ ਉਹਦਾ ਦੁੱਖ ਵੰਡਾਈਏ, ਜਾ ਕੇ ਆਖੀਏ ਕਿ ਤੇਰੇ ਨਾਲ ਬੜਾ ਹੀ ਮਾੜਾ ਹੋਇਆ। ਪਰ ਜਿਸ ਸਮੇਂ ਸਾਰੀਆਂ ਕਿਰਿਆਵਾਂ ਪੁਰਖਾਂ ਨੇ ਪੂਰੀਆਂ ਕਰ ਲਈਆਂ ਤੇ ਆਣ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਣ ਕਰਕੇ ਆਪਣਾ ਆਸਣ ਕਰ ਲਿਆ, ਕੀਰਤਨ ਸੁਣਦੇ ਰਹਿਣ, ਘਰ ਜਾਣਾ ਹੀ ਨਾ। ਰਾਤ ਪਈ ਕਿਤੇ ਘਰੇ ਪਹੁੰਚਣਾ ਤੇ ਅੰਮ੍ਰਿਤ ਵੇਲੇ ਫੇਰ ਸ੍ਰੀ ਹਰਿਮੰਦਰ ਸਾਹਿਬ ਆਣ ਕਰਕੇ ਦੀਦਾਰ ਕਰਨੇ। ਕਿਸੇ ਗੁਰਮੁਖ ਪ੍ਰੇਮੀ ਨੇ ਪੁੱਛ ਲਿਆ, ਕਹਿਣ ਲੱਗੇ ਮਹਾਂਪੁਰਖੋ
ਭਜੰਗੀ ਚੜ੍ਹਾਈ ਕੀਤਾ ਹੈ, ਤੁਹਾਨੂੰ ਲੋਕ ਮਿਲਣ ਵਾਸਤੇ ਆਉਂਦੇ ਨੇ, ਤੁਸੀਂ ਜਾ ਕੇ ਦਰਬਾਰ ਸਾਹਿਬ ਬੈਠੇ ਰਹਿੰਦੇ, ਕਾਰਨ ਕੀ? ਕਹਿਣ ਲੱਗੇ ਗੁਰਸਿੱਖਾ, ਇਹਨਾਂ ਆਪ ਮਨਮੁਖ ਹੋਣਾ ਹੈ ਤੇ ਮੈਨੂੰ ਵੀ ਕਰਨਾ। ਜਿਹੜੇ ਸੱਜਣ ਮਿੱਤਰ ਆਉਂਦੇ ਨੇ ਇਹਨਾਂ ਮਨਮੁਖ ਕਿਵੇਂ ਹੋਣਾ ਜੀ? ਕਹਿੰਦੇ ਇਹਨਾਂ ਆਣ ਕੇ ਕਹਿਣਾ ਬੜਾ ਮਾੜਾ ਹੋਇਆ, ਤੇ ਇਹਦਾ ਭਾਵ ਹੈ ਰੱਬ ਨੇ ਮਾੜਾ ਕੀਤਾ ਨਾ, ਤੇ ਆਪ ਵੀ ਹੋਣਗੇ। ਮੈਂ ਇਹਨਾਂ ਦੇ ਲਫ਼ਜ਼ ਸੁਣ ਕੇ ਆਪ ਇਹ ਤੇ ਮਨਮੁਖ ਹੋਏ ਤੇ ਮੈਨੂੰ ਵੀ ਕਰ ਦਿੱਤਾ। ਮੈਂ ਗੁਰੂ ਕਾ ਕੀਰਤਨ ਗੁਰੂ ਕੀ ਹਜ਼ੂਰੀ 'ਚ ਬੈਠ ਕੇ ਸੁਣ ਲਈਏ, ਇਹੋ ਹੀ ਲਾਹਾ ਹੈ। ਉਹਨਾਂ ਨੂੰ ਆਸਰਾ ਹੀ ਪਰਮੇਸ਼ਰ ਵਾਹਿਗੁਰੂ ਦੇ ਕੀਰਤਨ ਦਾ, ਦੂਸਰਾ ਆਸਰਾ ਹੈ ਹੀ ਕੋਈ ਨਹੀਂ, ਦੂਸਰਾ ਆਸਰਾ ਤੱਕਦੇ ਨਹੀਂ। ਕੈਸਾ ਉਹਨਾਂ ਮਹਾਂਪੁਰਖਾਂ ਦਾ ਜੀਵਨ ਹੈ ਕਿ ਗੁਰਮੁਖ ਪਿਆਰੇ ਪਾਸ ਘਰ ਦੇ ਖਲੋਤੇ ਚਰਚਾ ਕਰ ਰਹੇ ਸਨ ਮਰਿਆਦਾ ਤੇ, ਗੁਰਮਤਿ ਮਰਿਆਦਾ ਤੇ ਚਰਚਾ ਕਰ ਰਹੇ ਸਨ। ਆਵਾਜ਼ ਦਿੱਤੀ, ਕਹਿਣ ਲੱਗੇ ਸਿੰਘੋ ਐਵੇਂ ਗੱਲਾਂ ਨਾ ਕਰੀ ਜਾਓ, ਪਰਮੇਸ਼ਰ ਵਾਹਿਗੁਰੂ ਦੀ ਭਗਤੀ ਬੰਦਗੀ ਕੀਰਤਨ ਕਰਿਆ ਕਰੋ, ਸੁਣਿਆ ਕਰੋ ਗੁਰੂ ਕਾ ਕੀਰਤਨ। ਤੇ ਉਹਨਾਂ ਨੇ ਤਰਕ ਦਿੱਤਾ, ਕਹਿਣ ਲੱਗੇ ਮਹਾਂਪੁਰਖੋ ਗੁੱਸਾ ਨਾ ਕਰੋ, ਅਸੀਂ ਗੁਰਮਤਿ ਵਿਚਾਰਾਂ ਹੀ ਕਰਦੇ ਸਾਂ, ਗੁਰਮਤਿ ਵਿਚਾਰਾਂ। ਅਸੀਂ ਮਰਿਆਦਾ ਬਾਬਤ ਕੋਈ ਬਚਨ ਕਰ ਰਹੇ ਸਾਂ, ਉਹਦੇ ਵਿੱਚ ਕਹਿਣ ਲੱਗੇ ਭਾਈ ਮਰਿਆਦਾ ਗੁਰੂ ਕਾ ਰਸਤਾ ਹੈ, ਰਸਤੇ ਤੇ ਭਲਾ ਕੀ ਵਿਚਾਰ ਕੀਤੀ ਜਾ ਸਕਦੀ? ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕਿਹੜਾ ਕਿਹੜਾ ਰਸਤਾ ਆਉਂਦਾ, ਇੱਥੇ ਭਲਾ ਕਾਹਦੀਆਂ ਲੰਮੀਆਂ ਵਿਚਾਰਾਂ ਕਰ ਸਕਦੇ? ਲੰਮੀ ਵਿਚਾਰ ਨਹੀਂ ਕੀਤੀ ਜਾ ਸਕਦੀ। ਰਸਤੇ ਤੇ ਕੇਵਲ ਕਹਿੰਦੇ ਚੱਲਿਆ ਜਾਂਦਾ ਹੈ, ਉੱਤੇ ਵਿਚਾਰਾਂ ਨਹੀਂ ਬਣਾਈਆਂ ਜਾਂਦੀਆਂ। ਵਿਚਾਰ ਇਹ ਹੈ ਜੋ ਗੁਰ ਕਹੈ ਸੋਈ ਭਲ ਮਾਨਹੁ, ਹਰ ਹਰ ਕਥਾ ਨਿਰਾਲੇ। ਵਿਚਾਰ ਕਰਨੀ ਹੈ। ਜੇ ਕੁਝ ਸਮਾਂ ਮਿਲਿਆ ਹੈ ਪਰਮੇਸ਼ਰ ਵਾਹਿਗੁਰੂ ਨੇ ਦਿੱਤਾ ਹੈ, ਤੇ ਗੁਰੂ ਕੀ ਬਾਣੀ ਦਾ ਕੀਰਤਨ ਜਾਂ ਕਰੋ ਤੇ ਜਾਂ ਸਰਵਣ ਕਰੋ। ਇਸ ਤੋਂ ਵੱਡੀ ਵਿਚਾਰ ਹੋਰ ਕੋਈ ਸਿੱਖ ਵਾਸਤੇ ਹੈ ਹੀ ਨਹੀਂ। ਹਰ ਨਾਮੇ ਕੇ ਹੋਵੋ ਜੋਰੀ, ਗੁਰਮੁਖ ਬੈਸੋ ਸਫਾ ਵਿਛਾਏ। ਸਫਾ ਵਿਛਾ ਕਰਕੇ, ਜਿਵੇਂ ਆਪ ਸਿੱਖ ਸੰਗਤਾਂ ਸੁਭਾਏਮਾਨ ਹੋ ਗੁਰੂ ਕੇ ਦਰਬਾਰ ਵਿੱਚ, ਸਫਾ ਵਿਛੀ ਹੋਈ ਹੈ, ਤੇ ਗੁਰਮੁਖ ਪਿਆਰਿਆਂ ਦੀ ਰਸਨਾ ਪਾਸੋਂ ਆਪ ਜੀ ਸ੍ਰੀ ਆਸਾ ਜੀ ਦੀ ਵਾਰ ਦਾ ਪਾਵਨ ਮਨੋਹਰ ਕੀਰਤਨ ਸਰਵਣ ਕਰ ਰਹੇ। ਇਹੋ ਹੀ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਜਨਮ ਦਾ ਲਾਹਾ ਮੰਨਿਆ ਹੋਇਆ। ਹੋਰ ਕੋਈ ਆਸਰਾ ਭਾਲਦੇ ਹੀ ਨਹੀਂਗੇ। ਇੱਕੋ ਇੱਕੋ ਆਸਰਾ ਹੈ ਕਿ ਆਸਰੰ ਗੋਪਾਲ ਕੀਰਤਨ ਹੈ। ਇੱਕ ਆਸਰਾ ਗੋਪਾਲ ਦੇ ਕੀਰਤਨ, ਪਰਮੇਸ਼ਰ ਵਾਹਿਗੁਰੂ ਦੀ ਕੀਰਤੀ ਭਗਤੀ ਦਾ ਹੀ ਆਸਰਾ ਉਹਨਾਂ ਨੂੰ ਹੈ। ਕਹਿੰਦੇ ਮਹਾਂਪੁਰਖਾਂ ਦਾ ਅਜਿਹਾ ਜੀਵਨ ਸੀ ਉਹਨਾਂ ਦਾ ਕਿ ਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਤੇ ਸਾਰੀ ਸਾਰੀ ਦਿਹਾੜੀ ਪਰਿਕਰਮਾ 'ਚ ਹੀ ਆਣ ਕੇ ਆਸਣ, ਜਿੱਥੋਂ ਕੀਰਤਨ ਦੀ ਆਵਾਜ਼ ਕੰਨਾਂ 'ਚ ਪੈਣੀ ਆਰੰਭ ਹੋ ਜਾਣੀ, ਉੱਥੇ ਹੀ ਆਸਣ ਕਰ ਲੈਣਾ ਕਿ ਮੇਰੇ ਸਤਿਗੁਰੂ ਸਾਹਿਬ ਜੀ ਦੇ ਗੁਣ ਕਿਤੇ ਚੱਲਦਿਆਂ ਹੋਇਆਂ ਮੇਰੀ ਬਿਰਤੀ ਖਿੰਡ ਗਈ, ਤੇ ਇਸ ਪਾਵਨ ਗੁਣਾਂ ਨੂੰ ਮੈਂ ਕਿਵੇਂ ਸਰਵਣ ਕਰ ਸਕਾਂ। ਇਵੇਂ ਕਹਿ ਲਈਏ ਉਹਨਾਂ ਨੇ ਭਾਈ ਆਪਣੇ ਕੰਨਾਂ ਨੂੰ ਡੂਨੇ ਬਣਾਇਆ ਹੋਇਆ ਹੈ। ਹਿਰਦੇ ਮੁਖ ਦੁਆਰਾ ਅੰਮ੍ਰਿਤ ਰੂਪੀ ਕੀਰਤਨ ਕੰਨਾਂ ਰੂਪੀ ਡੂਨਿਆਂ 'ਚ ਪਾ ਪਾ ਕਰਕੇ ਲਬਾਲਬ ਭਰ ਕੇ ਪੀ ਰਹੇ ਹਨ। ਇਹੋ ਹੀ ਉਹਨਾਂ ਦਾ ਆਸਰਾ ਹੈ। ਤਾਂ ਹੀ ਭਾਈ ਦਿਆਲੂ ਪਰਮੇਸ਼ਰ ਵਾਹਿਗੁਰੂ ਨੇ ਉਹਨਾਂ ਤੇ ਕਿਰਪਾ ਕੀਤੀ ਹੈ, ਤਾਂ ਹੀ ਬਖਸ਼ਿਸ਼ ਕੀਤੀ ਹੈ। ਜੇ ਨਿਰਮਲੰ ਸੰਤ ਸੰਗੇਣ, ਤੇ ਮਹਾਰਾਜ ਜਿਹੜਾ ਉਹਨਾਂ ਦੀ ਸੰਗਤ ਕਰੇ, ਕਹਿੰਦੇ ਉਹ ਵੀ ਭਾਈ ਨਿਰਮਲ ਉਜਲਾ ਹੋ ਜਾਂਦਾ। ਅਥਵਾ ਉਹਨਾਂ ਮਹਾਂਪੁਰਖਾਂ ਦੀ ਸੰਗਤ ਜਿਹੜੀ ਹੈ ਉਹ ਉਜਲੇ ਕਰਨ ਵਾਲੀ ਹੈ। ਜੇ ਓਟ ਨਾਨਕ ਪਰਮੇਸ਼ਰ ਹੈ। ਕਿਉਂ ਮਹਾਰਾਜ, ਕਿਵੇਂ ਨਿਰਮਲ ਹੋ ਜਾਂਦਾ ਹੈ ਉਹਨਾਂ ਦੀ ਸੰਗਤ ਵਿੱਚ ਜਾ ਕਰਕੇ? ਕੋਈ ਇੱਕ ਤੇ ਪਰਮੇਸ਼ਰ ਵਾਹਿਗੁਰੂ ਦੀ ਬਰਾਬਰੀ ਤਾਂ ਨਹੀਂ ਨਾ ਹੋ ਗਈ ਕਿ ਸੰਤਾਂ ਦੀ ਸੰਗਤ ਪਰਮੇਸ਼ਰ ਦੀ ਸੰਗਤ ਦੇ ਬਰਾਬਰ ਨਾ ਹੋ ਜਾਵੇ। ਕਹਿਣ ਲੱਗੇ ਨਹੀਂ ਭਾਈ, ਓਟ ਨਾਨਕ ਪਰਮੇਸ਼ਰ ਹੈ। ਉਹਨਾਂ ਨੂੰ ਵੀ ਓਟ ਉਸ ਅਕਾਲ ਪੁਰਖ ਵਾਹਿਗੁਰੂ ਦੀ ਓਟ ਲੈ ਕਰਕੇ ਉਹ ਨਿਰਮਲੇ ਉਜਲੇ ਕਰ ਦਿੰਦੇ ਨੇ, ਅਥਵਾ ਆਪ ਹੋ ਗਏ ਹਨ। ਚੰਦਨ ਚੰਦ ਨਾ ਸਰਦ ਰੁੱਤ। ਉਹਨਾਂ ਮਹਾਂਪੁਰਖਾਂ ਨੂੰ ਪੁੱਛੀਏ, ਮਹਾਂਪੁਰਖੋ ਮੇਰਾ ਚਿੱਤ ਠੰਡਾ ਨਹੀਂ ਹੁੰਦਾ, ਤਪਦਾ ਰਹਿੰਦਾ ਹੈ, ਇਹਨੂੰ ਹਮੇਸ਼ਾ ਹੀ ਤ੍ਰਿਸ਼ਨਾ ਦੀ ਅਗਲ ਜਿਹੜੀ ਡੌ ਅਗਣੀ ਹੈ ਜਲਦੀ ਰਹਿੰਦੀ ਇਹਦੇ ਵਿੱਚ। ਕਦੀ ਕਿਸੇ ਵੱਲ ਵੇਖ ਕੇ ਈਰਖਾ ਕਰਦਾ, ਇਹ ਕਿਵੇਂ ਵੱਡਾ ਹੋ ਗਿਆ। ਕਦੀ ਆਪ ਤੋਂ ਛੋਟੇ ਵੱਲ ਵੇਖ ਕਰਕੇ ਹੰਕਾਰੀ ਹੋਇਆ ਫਿਰਦਾ ਹੈ ਕਿ ਇਹ ਭਾਈ ਇਹ ਮੇਰੇ ਤੁਲ ਕਿਵੇਂ ਖਲੋ ਸਕਦਾ ਹੈ। ਇਹੋ ਜਿਹਾ ਸੁਭਾਅ ਬਣਿਆ ਹੋਇਆ ਹੈ। ਇਹ ਹਿਰਦਾ ਠੰਡਾ ਨਹੀਂ ਹੁੰਦਾ। ਕੋਈ ਯਤਨ ਦੱਸੋ। ਮੈਂ ਸਿਆਣੇ ਵੈਦਾਂ ਦੇ ਪਾਸ ਗਿਆ ਸਾਂ, ਉਹਨਾਂ ਦੱਸਿਆ ਚੰਦਨ ਬੜੀ ਠੰਡੀ ਹੁੰਦੀ ਹੈ।
ਮਹਾਰਾਜ ਚੰਦਨ ਦਾ ਕੋਈ ਟਿੱਕਾ ਟੁੱਕਾ ਲਾ ਲਿਆ ਕਰੀਏ ਮੱਥੇ ਤੇ ਗੱਲ ਬਣ ਜਾਵੇਗੀ। ਸੋ ਫਿਰ ਮੈਨੂੰ ਪਤਾ ਲੱਗਾ ਸੀ ਜੀ, ਸੋ ਜਦੋਂ ਸਿਆਲ ਦਾ ਮਹੀਨਾ ਹੋਵੇ, ਪੋਹ ਦੀਆਂ ਜਿਹੜੀਆਂ ਰਾਤਾਂ ਤੇ ਦਿਨ ਬੜੇ ਠੰਡੇ ਨੇ, ਉਦੋਂ ਕੋਈ ਯਤਨ ਦੱਸੋ, ਕੋਈ ਉਦੋਂ ਕਰ ਲਈਏ ਤਾਂ ਠੰਡਾ ਹੋ ਜਾਵੇ। ਸੋ ਕੁਝ ਵਿਦਵਾਨਾਂ ਨੇ, ਗੁਰਮੁਖ ਪਿਆਰਿਆਂ ਨੇ ਦੱਸਿਆ ਕਿ ਚੰਦਰਮਾ ਠੰਡਾ ਹੁੰਦਾ ਹੈ, ਚੰਦਰਮਾ ਦੀ ਠੰਡੀਰ ਕਰਕੇ ਹੀ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਫਲ ਪੈਂਦਾ ਹੈ। ਮੈਂ ਭਲਾ ਉਹ ਚੰਦਰਮਾ ਦੀ ਛਾਵੇਂ ਬੈਠ ਜਾਇਆ ਕਰਾਂ। ਕਹਿਣ ਲੱਗੇ ਭਾਈ ਚੰਦਨ ਚੰਦ ਨਾ ਸਰਦ ਰੁੱਤ, ਨਾ ਚੰਦਨ ਨਾ ਚੰਦਰਮਾ ਤੇ ਨਾ ਹੀ ਸਰਦ ਰੁੱਤ ਜੀ। ਮੂਲ ਨਾ ਮਿਟਾਈ ਕਾਮ, ਕਹਿਣ ਲੱਗੇ ਮੂਲ ਵੀ ਨਹੀਂ। ਕਾਮ ਜਿਨ੍ਹਾਂ ਦੇ ਹਿਰਦੇ ਵਿੱਚ ਈਰਖਾ ਦੀ ਅਗਨੀ ਜਲ ਰਹੀ ਹੈ, ਮੂਲ ਭੋਰਾ ਜਿੰਨੀ ਵੀ ਨਾਸ ਨਹੀਂ ਹੋ ਸਕਦੀ। ਕਿਉਂ ਜੀ? ਸੋ ਜਿਹੜੇ ਵੇਖ ਲਈਏ ਜੇ ਚੰਦਨ ਇੰਨਾ ਹੀ ਠੰਡਾ ਹੁੰਦਾ, ਇੰਨਾ ਹੀ ਚੰਗਾ ਹੁੰਦਾ, ਤੇ ਜਿਹੜੇ ਚੰਦਨ ਦੇ ਦੁਆਲੇ ਸੱਪ ਬਾਵਣ ਚੰਦਨ ਨੂੰ ਲਪੇਟੇ ਮਾਰ ਕੇ ਬੈਠੇ ਹੋਏ ਨੇ, ਉਹਨਾਂ ਦੇ ਭਾਈ ਜਿਹੜੀ ਅੰਦਰ ਦੀ ਤਪਸ਼ ਸੀ, ਕਾਰਨ ਕੀ ਸੀ? ਬਹੁਤੇ ਜ਼ਰੀਲੇ ਸਨ। ਜਦੋਂ ਗਰਮੀ ਦੇ ਦਿਹਾੜੇ ਆਏ ਤੇ ਸੜਨ ਲੱਗੇ ਜ਼ਹਿਰ ਕਰਕੇ, ਉਦੋਂ ਜਾ ਕੇ ਤੇ ਚੰਦਨ ਨੂੰ ਲਪੇਟੇ ਮਾਰ ਕੇ ਬੈਠ ਗਏ। ਪਰ ਇਹ ਨਹੀਂ ਅੰਦਰੋਂ ਜ਼ਹਿਰ ਮੁੱਕ ਗਈ, ਜਦੋਂ ਕਿਸੇ ਨੂੰ ਡੰਕ ਮਾਰਿਆ ਉਹ ਥਾਂ ਦੇ ਥਾਂ ਹੀ ਢੇਰ ਹੋ ਗਿਆ, ਉੱਥੇ ਮਰ ਗਿਆ। ਉਹ ਚੰਦਨ ਸੱਪਾਂ ਦੀ ਜ਼ਹਿਰ ਨਹੀਂ ਮੇਟ ਸਕਦਾ। ਇਸ ਕਰਕੇ ਨਹੀਂ ਜੀ ਨਹੀਂ, ਚੰਦਨ ਵੀ ਨਹੀਂ ਸੋ ਠੰਡਾ ਹੈ। ਫਿਰ ਇਸੇ ਤਰੀਕੇ ਦੇ ਨਾਲ ਚੰਦ ਚੰਦਰਮਾ ਜਿਹੜਾ ਹੈ, ਜੇ ਚੰਦਰਮਾ ਠੰਡਾ ਹੁੰਦਾ ਤੇ ਜਿਹੜੇ ਵਿਛੋੜੇ ਵਾਲੇ ਨੇ, ਜਿਵੇਂ ਜਿਵੇਂ ਚੰਦਰਮਾ ਵੱਧਦਾ ਹੈ ਤਿਵੇਂ ਤਿਵੇਂ ਉਹਨਾਂ ਦੇ ਜਿਹੜੇ ਦੁੱਖ ਨੇ ਉਹਨਾਂ ਦਾ ਜਿਹੜਾ ਵਾਧਾ ਹੋਈ ਜਾਂਦਾ। ਚੰਦਰਮਾ ਨੂੰ ਵੇਖ ਕਰਕੇ ਹੋਰ ਦੁੱਖ ਲੱਗਦਾ ਉਹਨਾਂ ਨੂੰ। ਫਿਰ ਸਰਦ ਰੁੱਤ ਨਾ ਭਾਈ, ਚੰਦਨ ਦੇ ਪਾਸ ਜਾ ਕਰਕੇ ਚੰਦਨ ਦਾ ਟਿੱਕਾ ਲਾਉਣ ਨਾਲ ਵੀ ਈਰਖਾ ਨਾਸ ਨਹੀਂ ਹੋ ਸਕਦੀ। ਚੰਦਰਮਾ ਦੀ ਪੂਜਾ ਕਰਨੇ ਤੇ ਵੀ ਹਿਰਦੇ ਦੀ ਈਰਖਾ ਨਹੀਂ ਜੇ ਨਾਸ ਹੋਣੀ। ਤੇ ਸਰਦ ਰੁੱਤ ਕਈ ਇਹੋ ਜਿਹੇ ਮੁਲਕ ਵੀ ਨੇ ਆਪਣੇ ਤੇ ਥੋੜਾ ਚਿਰ ਠੰਡ ਆਉਂਦੀ ਹੈ ਨਾ, ਕਈ ਅਜਿਹੇ ਮੁਲਕ ਵੀ ਨੇ ਜਿੱਥੇ ਬਰਫ਼ ਪਈ ਰਹਿੰਦੀ ਹੈ, ਉੱਥੇ ਭਲਾ ਕਿਹੜਾ ਲੋਕਾਂ ਦੇ ਹਿਰਦਿਆਂ 'ਚ ਸਾੜਾ ਨਹੀਂ ਹੈ। ਇੱਕ ਦੂਜੇ ਨੂੰ ਵੇਖ ਕੇ ਸੜੀ ਜਾਂਦੇ ਨਾ, ਸੜੀ ਕਿ ਇਹਨੂੰ ਬਹੁਤਾ ਮਿਲ ਗਿਆ ਤੇ ਮੈਨੂੰ ਥੋੜਾ ਰਹਿ ਗਿਆ ਮੇਰੇ ਪਾਸ। ਇਹੋ ਜਿਹੇ ਸਾੜੇ ਵਾਲੇ ਲੋਕ ਤੇ ਉੱਥੇ ਵੀ ਬੈਠੇ ਹੋਏ ਨੇ। ਈਰਖਾ ਤੇ ਉੱਥੇ ਵੀ ਬਣੀ ਹੈ, ਲੜਾਈ ਝਗੜੇ ਜੰਗਾਂ ਉੱਥੇ ਵੀ ਲੱਗੀਆਂ ਹੋਈਆਂ ਹਨ। ਇਸ ਕਰਕੇ ਗੁਰਦੇਵ ਕਹਿੰਦੇ ਨਹੀਂ ਭਾਈ, ਸਰਦ ਰੁੱਤ ਵੀ ਠੰਡੀ ਨਹੀਂ ਮਿਟ ਸਕਦੀ ਈਰਖਾ ਦੀ ਅਗਨੀ ਜਿਹੜੀ ਬਲੀ ਹੋਈ ਹੈ ਹਿਰਦਿਆਂ ਦੇ ਵਿੱਚ। ਸੀਤਲ ਥੀਵੈ ਨਾਨਕਾ। ਪਰ ਮਹਾਰਾਜ ਇਹ ਤੇ ਹੋਰ ਮਸਲਾ ਬਣ ਗਿਆ। ਮੈਂ ਤੇ ਆਇਆ ਸੀ ਜਿਵੇਂ ਕਹਿ ਲਈਏ ਦਵਾਈ ਲੈਣ ਵੈਦ ਦੇ ਪਾਸ, ਤੇ ਤੁਸੀਂ ਹੋਰ ਸਮੱਸਿਆ ਦੱਸ ਦਿੱਤੀ। ਫਿਰ ਇਹਦਾ ਭਾਵ ਇਹ ਆ ਕਿ ਇਹ ਜਿਹੜਾ ਰੋਗ ਹੈ ਇਹ ਲਾ ਇਲਾਜ ਹੋ ਗਿਆ ਜੀ। ਲਾ ਇਲਾਜ ਬਿਮਾਰੀ ਹੈ ਨਾ, ਇਹਦੀ ਕੋਈ ਬਿਮਾਰੀ ਨਾ, ਇਸ ਬਿਮਾਰੀ ਦਾ ਕੋਈ ਇਲਾਜ ਨਹੀਂ, ਕੋਈ ਦਵਾਈ ਨਹੀਂ ਜੀ। ਕਹਿਣ ਲੱਗੇ ਨਹੀਂ ਭਾਈ, ਅਜੇ ਤੇ ਤੇਰੇ ਅੰਦਰੋਂ ਟਟੋਲ ਕੇ ਦੱਸਿਆ ਹੈ ਤੈਨੂੰ, ਤੇ ਨਾਲ ਤੈਨੂੰ ਦੱਸਿਆ ਜਿਹੜੇ ਤੂੰ ਪਰਹੇਜ਼ ਕਰਦਾ ਫਿਰਦਾ, ਜਿਹੜੀਆਂ ਦਵਾਈਆਂ ਵਰਤਦਾ ਨਾ, ਇਹਨਾਂ ਦਵਾਈਆਂ ਨਾਲ ਮਸਲਾ ਹੱਲ ਨਹੀਂ ਹੋਣਾ। ਜਿਵੇਂ ਸਿਆਣੇ ਡਾਕਟਰ ਦੇ ਪਾਸ ਕੋਈ ਜਾਵੇ ਤੇ ਉਹ ਦੱਸਦਾ ਪਊ ਬਿਮਾਰੀ ਤੇ ਤੈਨੂੰ ਆਏ, ਪਰ ਜਿਹੜੀ ਤੂੰ ਦਵਾਈ ਖਾਨਾ ਦੱਸ ਭਲਾ ਪਹਿਲਾਂ ਕੀ ਖਾਂਦਾ ਸੈਂ, ਤੇ ਆਪਾਂ ਦਵਾਈ ਕੱਢ ਕੇ ਅੱਗੇ ਰੱਖ ਦਈਏ। ਉਹ ਕਹਿੰਦਾ ਨਹੀਂ ਕਾਕਾ, ਇਹ ਦਵਾਈ ਚੰਗੀ ਨਹੀਂ, ਇਹ ਸਹੀ ਨਹੀਂ, ਇਹ ਜਿਹੜੀ ਦਵਾਈ ਵਰਤਦਾ ਹੈ ਇਹ ਇਸ ਬਿਮਾਰੀ ਨੂੰ ਠੀਕ ਕਰਨ ਵਾਲੀ ਤੇ ਨਹੀਂ ਹੈ ਭਲਾ। ਅੱਛਾ ਜੀ, ਫਿਰ ਕੀ ਕਰੀਏ? ਉਹ ਫਿਰ ਆਪਣੇ ਪਾਸੋਂ ਦਵਾਈ ਦਿੰਦਾ। ਐਵੇਂ ਸਤਿਗੁਰੂ ਸਾਹਿਬ ਜੀ ਕਹਿੰਦੇ ਸੀਤਲ ਥੀਵੈ ਨਾਨਕਾ। ਹਾਂ ਭਾਈ, ਇਹ ਅਗਨੀ ਸ਼ਾਂਤ ਹੋ ਸਕਦੀ ਹੈ, ਇਹ ਸੀਤਲ ਠੰਡੀ ਹੋ ਜਾਵੇਗੀ, ਬਲ ਨੂੰ ਹਟ ਜਾਵੇਗੀ। ਕਿਵੇਂ ਜੀ? ਜਪੰਦੜੂ ਹਰ ਨਾਮ। ਹਾਂ ਭਾਈ, ਜਿਹੜੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਦੇ ਨੇ ਉਹਨਾਂ ਦੇ ਅੰਦਰ ਜਿਹੜੀ ਇਹ ਅਗਨ ਭਾਂਬੜ ਮੱਚੇ ਹੋਏ ਨੇ ਈਰਖਾ ਦੇ, ਉਹ ਨਾਸ ਹੋ ਜਾਂਦੇ ਨੇ ਜੀ। ਕੋਈ ਪਹਿਲਾਂ ਜਿਵੇਂ ਕੋਈ ਪੁੱਛ ਲਵੇ ਜੀ, ਕੋਈ ਪਹਿਲਾਂ ਠੀਕ ਹੋਇਆ ਇਹ ਈਰਖਾ ਦਾ ਸਾੜਿਆ ਹੋਇਆ ਮਰਦਾ ਹੋਇਆ, ਮੈਨੂੰ ਦੱਸੋ ਜੀ। ਐਵੇਂ ਨਹੀਂ ਮੈਂ ਮੰਨਦਾ, ਤੁਸੀਂ ਦੱਸੋ ਕਿ ਕੋਈ ਇਹੋ ਜਿਹਾ ਹੈ। ਤੇ ਹਾਂ ਭਾਈ, ਅਨੇਕਾਂ ਪ੍ਰਮਾਣ ਦਿੱਤੇ ਜਾ ਸਕਦੇ ਨੇ। ਪਰਦਾਸ ਨੂੰ ਘਟਨਾ ਚੇਤੇ ਆ ਗਈ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਖਾਂ ਦੇ ਪਾਸ ਇੱਕ ਪਠਾਨ ਆਇਆ। ਪਠਾਨ ਆਣ ਕੇ ਕਹਿਣ ਲੱਗਾ, ਮਹਾਂਪੁਰਖੋ ਕੋਈ ਗੁਰੂ ਨਾਨਕ ਦੇ ਦਰ ਦਾ ਕੋਈ ਕਲਮਾ, ਕੋਈ ਮੰਤਰ ਇਹੋ ਜਿਹਾ ਦਵੋ। ਮੇਰਾ ਇੱਕ ਭੜੀ ਵਾਲਾ ਦੁਸ਼ਮਣ ਹੈ ਬੜਾ ਵੱਡਾ,
ਮੈਂ ਚਾਹੁੰਦਾ ਉਹਦਾ ਥੇ ਕਰ ਦੇਵਾਂ, ਨਾਸ ਕਰ ਦੇਵਾਂ ਮੈਂ ਉਹਦਾ। ਇੱਥੋਂ ਤੱਕ ਮੇਰੇ ਚਿੱਤ 'ਚ ਹੈ ਕਿ ਉਹਨੂੰ ਮਾਰ ਕਰਕੇ ਤੇ ਉਹਦੀ ਧੀ ਜਿਹੜੀ ਆਪਣੇ ਘਰ ਵਸਾਵਾਂ, ਉਹਦੀ ਧੀ ਨੂੰ ਨਿਕਾਹ ਕਰਕੇ ਰੱਖਾਂ। ਮੇਰੇ ਚਿੱਤ ਵਿੱਚ ਇਹੋ ਜਿਹਾ ਕੋਈ ਮੰਤਰ ਤੁਹਾਡੇ ਪਾਸ ਹੈ ਤੇ ਮੈਨੂੰ ਦਵੋ। ਮਹਾਂਪੁਰਖ ਕਹਿਣ ਲੱਗੇ, ਚੰਗਾ ਭਾਈ ਲਿਖ ਲੈ ਸਾਡੇ ਪਾਸੋਂ। ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਪੀਸਾ ਤੱਕ ਮੂਲ ਮੰਤਰ ਲਿਖਾ ਦਿੱਤਾ ਤੇ ਮਾਲਾ ਦੇ ਦਿੱਤੀ। ਕਹਿਣ ਲੱਗੇ, ਆ ਮਾਲਾ ਲੈ ਜਾ ਤੇ 8 ਘੰਟੇ ਹਰ ਰੋਜ਼ 40 ਦਿਨਾਂ ਤੱਕ ਤੂੰ ਇਹਦਾ ਜਾਪ ਕਰਨਾ, ਹਰ ਰੋਜ਼। ਲੈ ਕੇ ਚਲਾ ਗਿਆ ਆਪਣੇ ਘਰ। ਜਦੋਂ 10-15 ਦਿਨ ਲੰਘੇ ਤੇ ਚਿੱਤ ਵਿੱਚ ਥੋੜਾ ਥੋੜਾ ਆਉਣ ਡੈ ਪਿਆ, ਚਿੱਤ ਨਿਰਮਲ ਹੋਣਾ ਸ਼ੁਰੂ ਹੋਇਆ। ਮਨ ਚ ਆਇਆ, ਉਹ ਭਲਿਆ ਮਾਨਸਾ, ਐਵੇਂ ਵਿਰੋਧਤਾ ਕਰੀ ਜਾਂਦਾ। ਚੱਲ ਜੇ ਤੂੰ ਵੈਰ ਵੀ ਕਰਨਾ ਤੇ ਉਹਦੇ ਨਾਲ ਕਰ ਲੈ, ਧੀ ਨਾਲ ਭਲਾ ਕਿਸੇ ਦੀ ਨਾਲ ਤੇਰਾ ਕੀ ਵੈਰ ਹੋਇਆ? ਨਹੀਂ ਕਰਨਾ ਚਾਹੀਦਾ, ਤੈਨੂੰ ਇਹੋ ਜਿਹਾ ਸੁਭਾਅ ਨਹੀਂ ਸੀ ਰੱਖਣਾ ਚਾਹੀਦਾ। ਜਦੋਂ 20-22 ਦਿਨ ਲੰਘੇ, ਕਹਿੰਦੇ ਉਧਰ ਜਿਹੜਾ ਉਹਦਾ ਦੁਸ਼ਮਣ ਸੀ ਉਹਦੇ ਚਿੱਤ ਚ ਆਇਆ, ਕਹਿੰਦਾ ਕਾਦੀ ਵਿਰੋਧਤਾ ਕਰਦਾ ਫਿਰਦਾ ਹੈ? ਸੁਣਿਆ ਹੈ ਉਹ ਤੇ ਜਾ ਕੇ ਮਸੀਤੇ ਬੈਠਾ ਹੀ ਬੰਦਗੀ ਭਗਤੀ ਕਰਦਾ ਰਹਿੰਦਾ ਹੈ, ਖੁਦਾ ਦੀ ਬੰਦਗੀ ਕਰਨ ਲੱਗ ਪਿਆ, ਫਕੀਰ ਹੋ ਗਿਆ। ਹੁਣ ਫਕੀਰਾਂ ਨਾਲ ਕਾਦੀ ਭਲਾ ਦੁਸ਼ਮਣੀ? ਹੌਲੀ ਹੌਲੀ ਜਦੋਂ ਕਹਿੰਦੇ 40 ਦਿਹਾੜੇ ਲੰਘੇ ਨਾ, ਇਹੋ ਜਿਹਾ ਸੁਭਾਅ ਬਣ ਗਿਆ, ਉਹਦੇ ਨਾਲ ਵੀ ਦੁਸ਼ਮਣੀ ਛੱਡ ਦਿੱਤੀ। ਕਹਿਣ ਲੱਗਾ, ਦੁਸ਼ਮਣੀ ਕਰਨੀ ਕਾਦੇ ਲਈ ਭਲਾ? ਚਿੱਤ ਚੋਂ ਵੈਰ ਵਿਰੋਧ ਹੀ ਨਿਕਲ ਗਿਆ। ਕਹਿੰਦਾ, ਦੁਸ਼ਮਣੀ ਕਰਕੇ ਲੈਣਾ ਕੀ ਹੈ ਭਲਾ? ਕੀ ਮਸਲਾ ਮੇਰਾ ਉਹਨਾਂ ਨਾਲ? ਜੇ ਮੈਂ ਉਹਨਾਂ ਨੂੰ ਮਾਰ ਦਾਂਗਾ ਤੇ ਖੁਦਾ ਮੇਰੇ ਤੇ ਭਲਾ ਕਿੱਡਾ ਖੁਸ਼ ਹੋ ਜਾਵੇਗਾ। ਉਧਰ ਜਿਸ ਦਿਨ ਕਹਿੰਦੇ 41 ਦਿਨਾਂ ਬਾਅਦ ਮਸੀਤੋਂ ਇਹ ਬਾਹਰ ਨਿਕਲਿਆ ਤੇ ਬਾਹਰ ਉਹ ਜਿਹੜਾ ਦੁਸ਼ਮਣ ਸੀ ਉਹ ਸਿਹਰੇ ਲੈ ਕੇ ਖਲੋਤਾ ਹੋਇਆ, ਇਹਦੇ ਗਲ 'ਚ ਪਾ ਕੇ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਕੀਤਾ। ਉੱਥੇ ਹੀ ਦੁਨੀਆ 'ਚ ਖਲੋ ਕੇ ਕਹਿਣ ਲੱਗਾ, ਕਹਿੰਦਾ ਯਾਰ ਤੇਰੀ ਧੀ ਨਹੀਂ, ਇਹ ਮੇਰੀ ਧੀ ਹੈ, ਮੈਂ ਆਪਣੀ ਧੀ ਬਣਾ ਕੇ ਇਸ ਨੂੰ ਤੋਰਾਂਗਾ ਆਪਣੇ ਘਰ ਵਿੱਚ। ਪਰ ਬਾਬਾ ਜੀ ਦੇ ਪਾਸ ਜ਼ਰੂਰ ਚਲਾ ਗਿਆ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਖਾਂ ਦੇ ਪਾਸ ਜਾ ਕੇ ਕਹਿਣ ਲੱਗਾ, ਮਹਾਂਪੁਰਖੋ ਮੈਂ ਤੁਹਾਡੇ ਪਾਸੋਂ ਕੁਝ ਹੋਰ ਲੈਣ ਆਇਆ ਸੀ, ਤੁਸੀਂ ਇਹ ਕੀ ਕਰ ਦਿੱਤਾ? ਮੇਰੇ ਅੰਦਰੋਂ ਦੁਸ਼ਮਣੀ ਭੁਲਾ ਦਿੱਤੀ, ਮੇਰੇ ਅੰਦਰੋਂ ਸਾੜਾ ਹੀ ਮੁਕਾ ਦਿੱਤਾ। ਤੇ ਮਹਾਂਪੁਰਖ ਹੱਸ ਕੇ ਕਹਿਣ ਲੱਗੇ, ਭਲਿਆ ਮਾਨਸਾ, ਤੂੰ ਮੰਗਿਆ ਸੀ ਗੁਰੂ ਨਾਨਕ ਦਾ ਮੰਤਰ, ਤੇ ਗੁਰੂ ਨਾਨਕ ਦੇ ਮੰਤਰ ਵਿੱਚ ਜੇ ਇੰਨਾ ਵੀ ਬਲ ਨਾ ਹੋਵੇ, ਲੋਕਾਂ ਦੇ ਹਿਰਦੇ ਸ਼ਾਂਤ ਨਾ ਕਰ ਸਕਦੀ ਹੋਵੇ ਇਹ ਬਾਣੀ, ਤੇ ਫਿਰ ਇਹ ਬਾਣੀ ਪੜਨ ਦਾ ਅਸਰ ਹੋਇਆ ਹੀ ਕੀ? ਫਿਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਦਰ ਦਾ ਪੱਲਾ ਫੜਨ ਦਾ ਅਸਰ ਕੀ ਹੋਇਆ ਜੇ ਤੇਰਾ ਹਿਰਦਾ ਸ਼ਾਂਤ ਹੀ ਨਾ? ਇੱਥੇ ਵੀ ਗੁਰਦੇਵ ਕਹਿ ਰਹੇ ਨੇ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਿਨ੍ਹਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਿਆ ਨਾ ਸੰਗਤ ਜੀ, ਜਿਨ੍ਹਾਂ ਤੇ ਇਹ ਬਖਸ਼ਿਸ਼ ਹੋ ਗਈ ਹੈ, ਉਹ ਸੀਤਲ ਠੰਡੇ ਹੋ ਗਏ ਨੇ। ਉਹਨਾਂ ਦੇ ਹਿਰਦੇ ਵਿੱਚੋਂ ਈਰਖਾ ਨਾਸ ਹੋ ਗਈ ਹੈ। ਉਹ ਕਿਸੇ ਨਾਲ ਈਰਖਾ ਕਰਦੇ ਨਹੀਂ। ਉਹ ਤੇ ਸਾਰਿਆਂ ਨੂੰ ਇਹੋ ਹੀ ਮੰਨਦੇ ਹਨ ਕਿ ਸਾਰਿਆਂ ਜਿਹੜੇ ਹਨ ਜੀਵ, ਇਹ ਪਰਮੇਸ਼ਰ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਹਨ। ਉਹ ਧਰਮਾਂ ਤੇ ਗੋਤਾਂ ਵਿੱਚ ਨਹੀਂ ਵੰਡੇ ਹੋਏ। ਉਹ ਹਰੇਕ ਧਰਮ ਦਾ ਸਤਿਕਾਰ ਕਰਦੇ ਨੇ, ਪਰ ਅਕੀਦਾ ਇਹ ਜਾਣ ਕੇ ਆਪਣੇ ਧਰਮ ਤੇ ਰੱਖਦੇ ਨੇ। ਇਹ ਪਰਮੇਸ਼ਰ ਵਾਹਿਗੁਰੂ ਦੀ ਖੇਡ ਹੈ ਨਾ, ਇਹ ਉਹਦੀ ਕਲਾ ਹੈ। ਉਹਨੇ ਮੈਨੂੰ ਇਸ ਧਰਮ ਵਿੱਚ ਪੈਦਾ ਕੀਤਾ ਹੈ। ਪਰ ਧਰਮ ਸਾਰੇ ਸਤਿਕਾਰਯੋਗ ਨੇ, ਇਸ ਕਰਕੇ ਉਹਨਾਂ ਦੇ ਹਿਰਦੇ ਵਿੱਚ ਇਹ ਨਫ਼ਰਤ ਵੀ ਨਹੀਂ ਹੈ। ਐਸੇ ਹਨ ਉਹ, ਪਰ ਕੌਣ? ਜਿਹੜੇ ਭਾਈ ਪਰਮੇਸ਼ਰ ਦਾ ਨਾਮ ਜਪਣ ਵਾਲੇ ਹਨ। ਜਿਨ੍ਹਾਂ ਨੇ ਨਾਮ ਜਪਿਆ ਹੈ ਉਹ ਭਾਈ ਫਿਰ ਪੀਰ ਬੁੱਧੂ ਸ਼ਾਹ ਵਰਗੇ, ਜਿਹੜੇ ਕਦੀ ਲਹਿੰਦੇ ਨੂੰ ਨਮਸਕਾਰਾਂ ਕਰਦੇ ਸਨ, ਸਜਦੇ ਕਰਦੇ ਸਨ, ਗੁਰਦੇਵ ਦੇ ਨੂੰ ਆਇਆ ਜਾਣ ਕਰਕੇ ਫਿਰ ਉਹ ਚੜ੍ਹਦੇ ਨੂੰ ਵੀ ਸਿਰ ਝੁਕਾ ਕਰਕੇ ਨਮਾਜ਼ ਪੜ੍ਹ ਲੈਂਦੇ ਨੇ। ਐਸੇ ਉਹ ਪਰਮੇਸ਼ਰ ਦੇ ਪਿਆਰੇ ਹਨ। ਕੌਣ? ਜਿਹੜੇ ਭਾਈ ਸੀਤਲ ਠੰਡੇ ਹੋ ਗਏ ਹਨ ਨਾਮ ਜਪਣੇ ਤੇ। ਪੌੜੀ ਚਰਨ ਕਮਲ ਕੀ ਓਟ। ਸੋ ਹੁਣ ਅੱਗੇ ਪੌੜੀ ਦੁਆਰਾ ਬਖਸ਼ਿਸ਼ ਕਰਨ ਲੱਗੇ ਨੇ। ਮਹਾਰਾਜ ਹੋਰ ਕਿਰਪਾ ਕਰ ਦਵੋ। ਕਹਿਣ ਲੱਗੇ, ਭਾਈ ਜਿਨ੍ਹਾਂ ਨੇ ਐਸੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਕਮਲਾਂ ਦਾ ਓਟ ਆਸਰਾ ਲਿਆ ਹੈ ਜੇ, ਉਦਰੇ ਸਗਲ ਜਨ। ਉਹ ਸਾਰੇ ਹੀ ਜਨ ਜਿਹੜੇ ਨੇ ਉਹ ਉਹਦਾ ਉਧਰ ਗਏ ਨੇ, ਉਹਨਾਂ ਦਾ ਪਾਰ ਉਤਾਰਾ ਹੋ ਗਿਆ ਹੈ। ਜਿਨ੍ਹਾਂ ਨੂੰ ਸਾਡੇ ਬਜ਼ੁਰਗ ਪੜ੍ਹਿਆ ਕਰਦੇ ਸਨ, ਧਾਰਨਾ ਪੜ੍ਹਦੇ ਸਨ ਕਿ ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆਜੋ ਜਿੰਨਾ ਪਾਰ ਲੰਘਣਾ। ਤੇ ਉਹਨਾਂ ਨਾਲ ਇਹ ਪੰਕਤੀਆਂ ਪੜ੍ਹਨੀਆਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ
ਪਾਰ ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਆ ਜੋ ਭਾਈ ਜਿਨ੍ਹਾਂ ਪਾਰ ਲੰਘਣਾ ਹੈ ਉਹ ਸਾਰੇ ਹੀ ਉਧਰ ਗਏ ਜੀ, ਸਾਰੇ ਹੀ। ਜਿਨ੍ਹਾਂ ਨੇ ਓਟ ਆਸਰਾ ਲਿਆ ਹੈ, ਜਿਨ੍ਹਾਂ ਨੇ ਪੱਲਾ ਪਕੜ ਕੇ ਆਖਿਆ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅਸੀਂ ਤੇਰੇ, ਇਹ ਬਾਪੂ ਇਹੋ ਜਿਹਾ ਹੈ, ਉਹਨੂੰ ਗਲਵਕੜੀ 'ਚ ਲੈ ਕੇ ਆਖਿਆ ਜੇ ਤੂੰ ਮੇਰਾ ਤੇ ਅਸੀਂ ਤੇਰੇ। ਇਹ ਤੇ ਇਹੋ ਜਿਹਾ ਜਿਹਨੇ ਕਹਿਤਾ ਮਹਾਰਾਜ ਮੈਂ ਤੇਰੇ ਜੋਗਾ, ਇਹਨਾਂ ਨੇ ਕਹਿ ਦਿੱਤਾ ਫਿਰ ਅਸੀਂ ਤੇਰੇ ਹੀ ਜੋਗੇ, ਭਾਵੇਂ ਜਿੱਥੇ ਮਰਜ਼ੀ ਖਿਲਾਰ ਲਵੇਂ ਸਾਨੂੰ। ਉਹ ਸਾਰੇ ਹੀ ਉਧਰ ਗਏ ਨੇ ਗੁਰਸਿੱਖਾ। ਹੁਣ ਜਿਨ੍ਹਾਂ ਨੇ ਓਟ ਆਸਰਾ ਲਿਆ ਹੈ ਉਹ ਉਧਰ ਰਹੇ ਹਨ, ਆਗਾਹਾਂ ਨੂੰ ਉਧਰ ਜਾਣਗੇ ਜੀ। ਸੁਨ ਪ੍ਰਤਾਪ ਗੋਵਿੰਦ। ਮਹਾਰਾਜ ਬੜੀ ਬਖਸ਼ਿਸ਼ ਕੀਤੀ ਆਪ ਜੀ ਨੇ, ਬੜੀ ਦਿਆਲਤਾ ਕੀਤੀ। ਅਥਵਾ ਜਿਨ੍ਹਾਂ ਨੇ ਇਹ ਪ੍ਰਤਾਪ ਸੁਣਿਆ ਹੈ, ਗੁਰੂ ਕੀ ਇਹ ਕਥਾ ਸੁਣ ਲਈ, ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਇਸ ਦਰ ਤੇ ਆਣ ਕੇ ਇਹ ਮੁਕਤੀ ਦਾ ਦਰਵਾਜ਼ਾ ਹੈ, ਇੱਥੇ ਆਣ ਕਰਕੇ ਭਾਈ ਸਾਰਿਆਂ ਹੀ ਜਿਹੜੇ ਦੁੱਖ ਨੇ ਉਹ ਨਾਸ ਹੋ ਜਾਣਗੇ। ਨਿਰਭਉ ਭਏ ਮਨ। ਕੀ ਹੋਇਆ? ਜਿਹੜਾ ਮਨ ਡਰਦਾ ਫਿਰਦਾ ਸੀ ਨਾ, ਡਰਦਾ ਫਿਰਦਾ ਸੀ, ਕਦੀ ਕਿਸੇ ਕੋ ਡਰ ਗਿਆ, ਕਦੀ ਕਿਸੇ ਤੋਂ ਡਰ ਗਿਆ, ਨਿਰਭਉ ਹੋ ਗਿਆ, ਭੈ ਤੋਂ ਰਹਿਤ ਹੋ ਗਿਆ। ਡਰ ਤੇ ਉਹਨਾਂ ਸਮਾਂ ਸੀ ਨਾ ਜਿੰਨਾ ਸਮੇਂ ਤੱਕ ਚਿੱਤ ਦੇ ਵਿੱਚ ਇਹ ਬਣਿਆ ਹੋਇਆ ਸੀ, ਇਹ ਸੰਸਾ ਬਣਿਆ ਹੋਇਆ ਸੀ ਕਿਤੇ ਮੇਰਾ ਮਾੜਾ ਨਾ ਹੋ ਜਾਵੇ। ਗੁਰਮੁਖਾਂ ਦਾ ਜੀਵਨ ਪੜ੍ਹੀਏ ਸੋ ਦਾਸ ਨੂੰ ਉਹਨਾਂ ਮਹਾਂਪੁਰਖਾਂ ਦਾ ਨਾਮ ਵਿਸਰ ਗਿਆ। ਸੋ ਗੁਰਸਿੱਖ ਮੀਤ ਪਿਆਰੇ ਭਾਈ ਵੀਰ ਸਿੰਘ ਜੀ ਦੀ ਪੁਸਤਕ ਦੇ ਵਿੱਚ ਇੱਕ ਗੁਰਮੁਖ ਮਹਾਂਪੁਰਖਾਂ ਦੇ ਜੀਵਨ ਦੀ ਕਥਾ ਆਉਂਦੀ ਹੈ। ਸੋ ਉਹਨਾਂ ਦੇ ਪਾਸੋਂ ਉਹਨਾਂ ਦੇ ਸੱਜਣਾ ਸਖੀਆਂ ਜਿਹੜੇ ਨਾਲ ਸੰਗਤ ਕਰਨ ਵਾਲੇ ਸਨ, ਉਹਨਾਂ ਪੁੱਛਿਆ, ਕਹਿਣ ਲੱਗੇ ਭਾਈ ਸਾਹਿਬ ਜੀ ਤੁਹਾਡਾ ਚਿੱਤ ਇਹਨਾਂ ਚੜ੍ਹਦੀ ਕਲਾ 'ਚ ਕਿਉਂ ਰਹਿੰਦਾ? ਤੁਸੀਂ ਜਦੋਂ ਵੀ ਵੇਖੋ ਤੁਸੀਂ ਇੱਕੋ ਹੀ ਉੱਤਰ ਦਿੰਦੇ ਆ, ਚੜ੍ਹਦੀ ਕਲਾ ਹੈ। ਕਾਰਨ ਕੀ? ਜਿਹੜਾ ਆਪਣਾ ਆਮ ਸਿੱਖਾਂ ਦਾ ਲੋਕਾਂ ਨੂੰ ਲੱਗਦਾ ਤਕੀਆ ਕਲਾਮ, ਇਹ ਤਕੀਆ ਕਲਾਮ ਨਹੀਂ, ਗੁਰਸਿੱਖ ਦੀ ਅਵਸਥਾ। ਆਮ ਸਿੰਘ ਨੂੰ ਪੁੱਛੀਏ, ਸਿੰਘੋ ਕੀ ਹਾਲ ਹੈ? ਕਹਿਣਗੇ ਚੜ੍ਹਦੀ ਕਲਾ। ਉਹਨਾਂ ਨੂੰ ਪੁੱਛਿਆ, ਕਹਿਣ ਲੱਗੇ ਤੁਸੀਂ ਜਦੋਂ ਪੁੱਛੀਏ ਤੁਹਾਨੂੰ ਤੁਸੀਂ ਕਹਿੰਦੇ ਹੋ ਚੜ੍ਹਦੀ ਕਲਾ, ਕਾਰਨ? ਕਹਿਣ ਲੱਗੇ ਸਿੰਘੋ ਗੁਰਦੇਵ ਜੀ ਦਾ ਹੁਕਮ ਹੈ, ਜਿਹੜਾ ਸਿੱਖ ਦਾ ਸੰਸਾ ਹੋਵੇ ਦੂਸਰੇ ਦਾ ਸੰਕਲਪ ਬਣ ਜਾਂਦਾ। ਚੜ੍ਹਦੀ ਕਲਾ 'ਚ ਤਾਂ ਰਹਿੰਦੇ ਆ, ਕਦੀ ਢਹਿੰਦੀ ਕਲਾ ਆਵੇ ਹੀ ਨਾ। ਦੂਸਰਾ ਸੰਕਲਪ ਕਰੇਗਾ ਕੀ ਸਾਡੇ ਬਾਰੇ ਬੁਰਾ? ਅਸੀਂ ਗੁਰੂ ਕੇ ਖਾਲਸੇ ਆ, ਸਾਡਾ ਮਾੜਾ ਹੋ ਹੀ ਨਹੀਂ ਸਕਦਾ, ਕਿਉਂਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ। ਜਿਹਨੂੰ ਇਹ ਚੇਤਾ ਹੈ ਸਦਾ ਅੰਗ ਸੰਗੇ, ਅਭੰਗੰ ਬਿਭੂਤੇ, ਉਹ ਭਲਾ ਢਹਿੰਦੀ ਕਲਾ 'ਚ ਹੋ ਕਿਵੇਂ ਸਕਦਾ? ਜਿਨ੍ਹਾਂ ਨੇ ਇਹ ਮੰਨ ਲਿਆ ਹੈ ਕਿ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਮੇਰੇ ਅੰਗ ਸੰਗ ਹੈ, ਜਦੋਂ ਇਹ ਪ੍ਰਤਾਪ ਸੁਣਿਆ ਉਹ ਕਦੀ ਛੱਡ ਕੇ ਜਾਂਦਾ ਹੀ ਨਹੀਂ, ਉਹ ਸਦਾ ਹੀ ਨਾਲ ਰਹਿੰਦੇ ਨੇ। ਫਿਰ ਮਨ ਨਿਰਭਉ ਹੋ ਗਿਆ। ਜਿਹੜਾ ਡਰਦਾ ਫਿਰਦਾ ਸੀ, ਭੈ ਕਰਦਾ ਫਿਰਦਾ ਸੀ, ਉਹ ਨਿਰਭਉ ਹੋ ਗਿਆ। ਉਹਨੂੰ ਹੁਣ ਕਿਸੇ ਦਾ ਡਰ ਨਹੀਂ ਲੱਗਦਾ। ਉਹ ਤੇ ਇਹੋ ਜਿਹਾ ਹੋ ਗਿਆ ਹੈ, ਉਹ ਬੰਦ ਕਟਵਾਉਂਦਾ ਵੀ ਸ਼ਾਂਤ ਹੈ। ਉਹ ਮਨ ਅਜਿਹਾ ਬਣ ਗਿਆ ਹੈ, ਭਾਵੇਂ ਸੀਸ ਤਲੀ ਤੇ ਰੱਖਿਆ ਹੋਇਆ ਹੈ, ਪਰ ਫਿਰ ਵੀ ਚਿੱਤ ਵਿੱਚ ਧਰਮ ਯੁੱਧ ਦਾ ਚਾਅ ਹੈ। ਉਹਦਾ ਤੇ ਭਾਈ ਖੋਪੜ ਵੀ ਲੱਥ ਜਾਵੇ ਤਾਂ ਵੀ ਆਨੰਦ ਵਿੱਚ ਹੈ, ਉਸ ਨੂੰ ਚਰਖੜੀ ਤੇ ਚਾੜ ਦਿੱਤਾ ਜਾਵੇ ਤਾਂ ਵੀ ਆਨੰਦ ਵਿੱਚ ਫਰਕ ਨਹੀਂ ਪੈਂਦਾ। ਭੈ ਤੋਂ ਰਹਿਤ ਹੈ, ਪਤਾ ਹੈ ਇਸ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗਲਵਕੜੀ ਹੈ। ਮੈਂ ਗੁਰੂ ਬਾਬੇ ਦੀ ਗੋਦ ਵਿੱਚ ਜਾ ਕਰਕੇ ਸਮਾ ਜਾਣਾ। ਜਦੋਂ ਅਜਿਹਾ ਪ੍ਰਤਾਪ ਸੁਣਿਆ, ਨਿਰਭਉ ਹੋ ਗਏ ਹਨ। ਟੂਟ ਨਹੀਂ ਆਵੇ ਮੂਲ। ਸੋ ਮਹਾਰਾਜ ਹੁਣ ਟੋਟਾ ਨਹੀਂ ਆਉਂਦਾ। ਨਿਰਭਉ ਕਿਵੇਂ ਹੋ ਗਏ ਜੀ? ਉਹ ਸਾਨੂੰ ਤੇ ਬੜੇ ਸੰਸੇ ਪਏ ਹੋਏ ਨੇ, ਕਿਉਂਕਿ ਮਾਇਆ ਪਦਾਰਥਾਂ ਦੀ ਖੇਡ ਹੀ ਇਹੋ ਜਿਹੀ ਹੈ ਭਾਈ। ਜਿਹਦੇ ਕੋਲ ਥੋੜੇ ਨੇ ਉਹ ਇਸ ਦੌੜ ਵਿੱਚ ਪਿਆ ਹੋਇਆ ਹੈ ਕਿ ਇਕੱਠੇ ਹੋ ਜਾਣ। ਜਦੋਂ ਇਕੱਠੇ ਹੋ ਗਏ ਉਦੋਂ ਹੋਰ ਜਾਣ ਨੂੰ ਸਿਆਪਾ ਪੈ ਗਿਆ। ਜਿੰਨੇ ਵੱਧਦੇ ਜਾਂਦੇ ਨੇ, ਇਹ ਭਾਈ ਦਾਸ ਦਾ ਤੇ ਨਿੱਜੀ ਤਜਰਬਾ, ਜੇ ਜਿੰਨੇ ਕੁ ਵੱਧ ਜਾਣ ਨਾ, ਜੇ ਚਾਰ ਕੁ ਛੱਲੜ ਜੁੜ ਜਾਣ ਤੇ ਇਹ ਮਨ ਹੋਰ ਡਰਦਾ, ਜੇ ਹੋਰ ਭੁੱਖਾ ਹੋ ਜਾਂਦਾ ਹੈ। ਉਹ ਥੋੜੇ ਜਿਹੇ ਲੱਗਣ ਲੱਗ ਪੈਂਦੇ, ਥੋੜੇ ਜਿਹੇ ਸੋਚਦਾ ਯਾਰ ਇਹ ਤੇ ਝਟਪਟ ਹੀ ਮੁੱਕ ਜਾਣੇ, ਝਟਪਟ ਹੀ। ਹਾਰ ਕੇ ਗੁਰੂ ਅੱਗੇ ਇਹੋ ਹੀ ਅਰਦਾਸ ਕਰਨੀ ਬਾਣਾ ਹੁੰਦੀ ਹੈ ਕਿ ਜਿੰਨੇ ਕੁ ਸਾਨੂੰ ਚਾਹੀਦੇ ਉਹਨੇ ਕੁ ਭੇਜੀ ਜਾਇਆ ਕਰ, ਬਹੁਤੇ ਰੱਖਣ ਦੀ ਲੋੜ ਹੀ ਕੋਈ ਨਹੀਂ। ਨਾਲੋਂ ਨਾਲ ਹੀ ਚੱਲਦਾ ਜਾਵੇ ਕੰਮ, ਤੇ ਤਾਂ ਹੀ ਸੁਹੇਲਾ, ਤਾਂ ਹੀ ਚੰਗਾ। ਇਸ ਕਰਕੇ
महाराज टोटे करके ते बड़ी चिंता है, उन्होंने टोटा कोई नहीं, कहते नहीं भाई टोट ना आवे मूल, मूल भोरा जिन्नी भी उन्होंने टोटा नहीं, कदी घाटा पैंदा ही नहीं। अच्छा जी इहो जिहा धन भी है कोई, वो दसदे हन ਸੰਚਿਆ ਨਾਮ ਧਨ। भाई उन्होंने नाम रूपी धन संचिया एकत्र किया है, ये कदी ਇਹਦੇ ਵਿੱਚ टोटा आउणा ही नहीं। ਇਹ ਤੇ ਜਿੰਨਾ ਭਾਈ ਜਿੰਨਾ ਉਹ ਖਰਚਦੇ ਨੇ ਉਨਾ ਹੀ ਵੱਧਦਾ ਹੀ ਜਾਂਦਾ ਹੈ, ਵੱਧਦਾ ਹੀ ਜਾਂਦਾ ਹੈ। ਜਦੋਂ ਖਰਚਣ ਲਈ ਤੁਰੇ ਹੋਰ ਵੱਧਦਾ ਗਿਆ, ਹੋਰ ਵੱਧਦਾ ਗਿਆ, ਇਹੋ ਜਿਹਾ ਉਹਨਾਂ ਦਾ ਸੁਭਾਅ ਬਣ ਗਿਆ ਹੈ। ਇਹ 'ਚ ਟੋਟਾ ਹੀ ਨਹੀਂ ਆਉਂਦਾ ਹੈ ਜੀ। ਅਥਵਾ ਭੰਡਾਰੇ ਵੀ ਭਰੇ ਰਹਿੰਦੇ ਨੇ, ਸੰਸਾਰਕ ਧਨ ਵੀ परमेश्वर वाहिगुरु दे प्यारियां पासों मुकदा ही नहीं है जी। संत जना सियो संग। महाराज एदी कोई हड्डी दस देंदे, ठीक है सारियां गल्लां तुसीं दस दित्तियां, नाम रूपी धन दा टोटा किते नहीं मिलदा, एदी कोई हड्डी है जिथे ये धन मिलदा होवे? कोई दस दवो दुकान असी जाके उत्थों प्राप्त कर लीए। कहन लगे भाई संत जना कै संग, जिहड़े परमेश्वर संत जना सियो संग, ਉਹਨਾਂ ਦੇ ਭਾਈ ਸੰਗ ਸੰਗਤ ਵਿੱਚ ਜਾ ਕਰਕੇ ਪਾਈਐ ਵੱਡਾ ਪੁੰਨ। ਤੇ ਮਹਾਰਾਜ ਜੀ ਇੱਕ ਸਮੱਸਿਆ ਬਣ ਗਈ ਜੀ। ਅੱਛਾ ਭਾਈ ਉਹ ਕੀ? ਇਹ ਮਹਾਰਾਜ ਹੱਟੀ ਤੇ ਦੱਸ ਦਿੱਤੀ ਤੇ ਉੱਥੇ ਭਲਾ ਉਹ ਲੈਂਦੇ ਤੇ ਕੁਝ ਹੋਣਗੇ ਨਾ। ਅਸੀਂ ਜਾਣੇ ਆ ਬਾਹਰਲੀਆਂ ਦੁਕਾਨਾਂ ਤੇ ਉਹ ਕੁਝ ਲੈ ਕੇ ਤੇ ਕੁਝ ਦਿੰਦੇ ਨੇ, ਜਿਹੜੇ ਆਪ ਜੀ ਦੇ ਪਿਆਰੇ ਨੇ, ਜਿਨ੍ਹਾਂ ਦੀ ਸੰਗਤ ਵਿੱਚੋਂ ਨਾਮ ਰੂਪੀ ਧਨ ਪ੍ਰਾਪਤ ਹੋਣਾ ਹੈ, ਉਥੋਂ ਕਿਵੇਂ ਪ੍ਰਾਪਤ ਹੋ ਜਾਵੇਗਾ? ਕਹਿਣ ਲੱਗੇ ਵੱਡਾ ਪੁੰਨ ਪਾਈਐ, ਵੱਡਾ ਪੁੰਨ। ਪੂਰਬਲੇ ਜਨਮਾਂ 'ਚ ਜਿਹੜੇ ਵੱਡੇ ਪੁੰਨ ਕੀਤੇ ਹੋਏ ਹੋਣ ਤਾਂ ਜਾ ਕਰਕੇ ਸੰਗਤ ਪ੍ਰਾਪਤ ਹੁੰਦੀ, ਵਰਨਾ ਹੁੰਦੀ ਨਹੀਂ। ਉਹਨਾਂ ਦੀ ਸੰਗਤ ਮਿਲੀ ਤਾਂ ਕਿ ਜਦੋਂ ਪੂਰਬਲੇ ਜਨਮਾਂ ਦੇ ਅੰਕੁਰ ਪ੍ਰਗਟ ਹੋਏ ਨਾ, ਤਾਂ ਜਾ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਸੰਗ ਸੰਗਤ ਮਿਲਦੀ ਹੈ। ਅਥਵਾ ਉਹਨਾਂ ਦੀ ਸੰਗਤ ਵਿੱਚ ਜਾ ਕਰਕੇ ਉਹ ਵੱਡੇ ਪੁੰਨ ਕਰਨ ਲਈ ਪ੍ਰੇਰਦੇ ਨੇ। ਉਹਨਾਂ ਦੀ ਸੰਗਤ ਵਿੱਚ ਜਾ ਕੇ ਬੈਠਣਾ ਇਹੋ ਹੀ ਵੱਡਾ ਪੁੰਨ ਹੈ। ਆ ਗੁਰਦੇਵ ਜੀ ਦੀ ਪਾਵਨ ਸੰਗਤ ਵਿੱਚ ਬੈਠੇ ਹਾਂ, ਇਹਦੇ ਨਾਲੋਂ ਵੱਡਾ ਪੁੰਨ ਹੋਰ ਹੋ ਕੀ ਸਕਦਾ? ਕਿੱਡੇ ਕਰਮਾਂ ਵਾਲੇ ਹਾਂ। ਮੇਰੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼, ਧੰਨ ਗੁਰਦੇਵ ਹਾਜ਼ਰਾ ਹਜ਼ੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਦਿਆਲਤਾ ਹੈ ਨਾ। ਆਪਣੇ ਦਰ ਕਰਦੇ ਪਾਵਨ ਦੀਦਾਰ ਨਹੀਂ ਬਖਸ਼ੇ ਕੇਵਲ, ਨਾਲ ਦੇ ਨਾਲ ਆਪਣੀ ਹਜ਼ੂਰ ਸੁਭਾਏਮਾਨ ਹੋਣ ਦਾ ਵੀ ਮਾਣ ਸਤਿਕਾਰ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਜੀ ਆਪ ਜੀ ਦਾ ਇਹ ਵੱਡਾ ਹੀ ਪੁੰਨ ਹੈ, ਸਾਡੇ ਤੇ ਵੱਡਾ ਪੁੰਨ। ਇਹੋ ਹੀ ਵੱਡਾ ਪੁੰਨ ਆਪ ਜੀ ਨੇ ਕੀਤਾ ਹੈ, ਸਾਡੇ ਤੇ ਵੱਡੀ ਬਖਸ਼ਿਸ਼ ਕੀਤੀ ਹੈ। ਜਿਹੜਾ ਅੱਜ ਦਾ ਦਿਹਾੜਾ ਆਪ ਜੀ ਦੀ ਹਜ਼ੂਰੀ 'ਚ ਬਤੀਤ ਹੋ ਰਹੀਆਂ ਆ ਘੜੀਆਂ, ਕੁਝ ਇਹ ਕੁਝ ਘੜੀਆਂ ਦਾ ਮਹਾਤਮ ਹੀ, ਵੱਡੇ ਵੱਡੇ ਪੁੰਨ ਵੀ ਇਹਦੇ ਤੁੱਲ ਕੱਖ ਨਹੀਂ ਹਨ। ਕੋਈ ਵੱਡੇ ਪੁੰਨ ਵੀ ਕਰ ਲਵੇ, ਇਸ ਸੰਗਤ ਵਿੱਚ ਬਤੀਤ ਕੀਤੀ ਹੋਈ ਇੱਕ ਘੜੀ, ਇੱਕ ਸੈਕਿੰਡ ਵੀ ਉਹਦੇ ਤੁੱਲ ਨਹੀਂ ਹੋ ਸਕਦਾ। ਅਥਵਾ ਭਾਈ ਉਹ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਹੈ, ਇਹ ਜਿਹੜੀ ਪਿਆਰੀ ਸੰਗਤ ਹੈ ਵੱਡੇ ਪੁੰਨਾਂ ਕਰਕੇ ਪ੍ਰਾਪਤ ਹੁੰਦੀ ਹੈ ਜੀ। ਆਠ ਪਹਿਰ ਹਰ ਧਿਆਏ। ਤੇ ਮਹਾਰਾਜ ਜੀ ਉਹ ਸੰਗਤ ਵਿੱਚ ਜਾ ਕਰਕੇ ਉਹ ਜਿਹੜਾ ਸੌਦਾ ਮਿਲਦਾ ਉਹ ਫਿਰ ਕਿੰਨਾ ਕੁ ਚਿਰ ਵਰਤਿਆ ਕਰੀਏ, ਕਿੰਨਾ ਕੁ ਚਿਰ? ਕਹਿੰਦੇ 8 ਪਹਿਰ ਹਰ ਧਿਆਏ। ਉਹ ਦੱਸਦੇ ਨੇ ਗੁਰਸਿੱਖਾ 8 ਪੈਰੀ ਊਠਤ ਬੈਠਤ ਹਰ ਹਰ ਧਿਆਓ, ਮਾਰਗ ਚਲਤ ਹਰੇ ਹਰ ਗਾਵੋ। ਉਹ ਤੇ ਕਹਿੰਦੇ ਉੱਠਦਿਆਂ ਬੈਂਦਿਆਂ ਵੀ ਹਰੀ ਪਰਮੇਸ਼ਰ ਨੂੰ ਧਿਆ। ਜਦੋਂ ਰਸਤੇ 'ਚ ਤੁਰਿਆ ਜਾਂਦਾ ਸਿੱਖਾ, ਉਦੋਂ ਵੀ ਜ਼ਬਾਨ ਬੰਦ ਨਾ ਹੋਵੇ, ਉਦੋਂ ਵੀ ਬੰਦ ਹੀ ਨਾ ਹੋਵੇ ਇਹ ਜ਼ਬਾਨ ਤੇਰੀ। ਸੋ ਗੁਰਮੁਖਾਂ ਦਾ ਬਚਨ ਚੇਤੇ ਆ ਗਿਆ, ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ। ਦਾਸ ਨੂੰ ਕਹਿਣ ਲੱਗੇ, ਕਹਿੰਦੇ ਜਦੋਂ ਜਾਣਾ ਰਸਤੇ ਵਿੱਚ ਕੀ ਕਰਦਾ? ਮੈਂ ਕਿਹਾ ਜੀ ਕੁਝ ਨਹੀਂ। ਕਹਿਣ ਲੱਗੇ ਨਹੀਂ ਭਾਈ, ਜਦੋਂ ਰਸਤੇ 'ਚ ਜਾਈਏ ਉਦੋਂ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਜਾਪ ਚੱਲਦਾ ਹੀ ਰਹਿਣਾ ਚਾਹੀਦਾ। ਇੱਥੋਂ ਤੱਕ ਦੱਸ ਦਿੱਤਾ, ਕਹਿੰਦੇ ਅਸੀਂ ਤੇ ਮੋਟਰਸਾਈਕਲ ਦੀ ਕਿੱਕ ਮਾਰੀਏ ਤੇ ਨਾਲ ਹੀ ਗੁਰੂ ਕੀ ਬਾਣੀ ਦਾ ਜਾਪ ਆਰੰਭ ਹੋ ਜਾਂਦਾ। ਇੰਨੀ ਗੁਰੂ ਕੀ ਕਿਰਪਾ। ਉਹ ਆਪ ਵੀ 8 ਪੈਰ ਧਿਆਉਂਦੇ ਹਨ, ਦੂਸਰਿਆਂ ਨੂੰ ਵੀ ਉਪਦੇਸ਼ ਇਹੋ ਹੀ ਕਰਦੇ ਨੇ। ਉਹ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਧਿਆਇਆ ਕਰ। ਹਰ ਜਸ ਨਿਤ ਸੁਨ। ਤੇ ਨਾਲ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਜਸ ਹੈ ਨਾ, ਸਿਮਰਨ, ਉਹਦਾ ਜਿਹੜੇ ਗੁਣਾਂ ਦੀ ਮਹਿਮਾ ਹੈ, ਉਹਦੀ ਜਿਹੜੀ ਵਡਿਆਈ ਹੈ, ਉਹਦੀ ਕਥਾ, ਜਿਹੜੀਆਂ ਕਹਾਣੀਆਂ ਜਿਹਦੇ ਵਿੱਚ ਉਹਨੇ ਬਖਸ਼ਿਸ਼ ਕੀਤੀ ਹੈ ਆਪਣੇ ਗੁਰਮੁਖ ਪਿਆਰੇ ਭਗਤਾਂ ਦੇ ਉੱਤੇ,
ਜਿਵੇਂ ਸ਼ਾਮ ਦੀ ਕਥਾ ਆਪ ਜੀ ਇਸ ਪਾਵਨ ਅਸਥਾਨ ਤੋਂ ਸੁਣਦੇ, ਪਟਨਾ ਸਾਹਿਬ ਤੋਂ ਵੀ ਕਈ ਸੰਗਤਾਂ ਸਰਵਣ ਕਰਦੀਆਂ ਨੇ, ਉਹ ਜਿਹੜੀ ਕਥਾ ਕਹਿੰਦੇ ਨਿਤਾ ਪ੍ਰਤੀ ਸੁਣਿਆ ਕਰ। ਉਸ ਦਾ ਕਾਰਨ ਕੀ ਹੈ? ਉਹ ਕਥਾ ਸੁਣ ਕਰਕੇ ਮਨ 'ਚ ਉਤਸ਼ਾਹ ਆਉਂਦਾ ਹੈ, ਭਾਈ ਸਿੱਖਾ ਜੇ ਇਹਨਾਂ ਦਾ ਉਧਾਰ ਹੋ ਗਿਆ ਤੇ ਤੇਰਾ ਕਿਉਂ ਨਾ ਹੋਵੇਗਾ। ਤੂੰ ਵੀ ਉਹ ਸਤਿਗੁਰੂ ਸਾਹਿਬ ਜੀ ਦਾ ਆਸਰਾ ਲੈ। ਇਹ ਪਾਵਨ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਨੇ ਜੋ ਅੱਜ ਦੇ ਦਿਹਾੜੇ ਪਵਿੱਤਰ ਮੁਖਵਾਕ ਬਖਸ਼ਿਸ਼ ਕੀਤੇ ਸਨ, ਉਹਨਾਂ ਦੁਆਰਾ ਕੀਤੀ ਹੈ। ਹੁਣ ਜੋ ਕਿਰਪਾਲਤਾ ਕਰ ਰਹੇ ਹਨ, ਅੱਗੇ ਭਾਈ ਜੋ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਪਰਾ ਆਰੰਭ ਹੈ, ਉਹਦੇ ਵਿੱਚ ਜੋ ਕਿਰਪਾ ਕਰ ਰਹੇ ਨੇ, ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੇ। ਤਿਸ ਹਿਸਰੇ ਵੋ ਤਾਂ ਸੁਖ ਪਾਵੋ। ਧੰਨ ਸਤਿਗੁਰੂ ਸਾਹਿਬ ਜੀ ਹੁਕਮਨਾਮਾ ਬਖਸ਼ਿਸ਼ ਕੀਤਾ ਸੀ, ਨਾਮ ਜਪਿਆ ਕਰ ਸੰਤਾਂ ਦੀ ਸੰਗਤ ਕਰਕੇ। ਮਹਾਰਾਜ ਹੁਕਮਨਾਮਾ ਸਾਹਿਬ ਸੁਣਿਆ ਹੈ, ਲੜੀਵਾਰ ਕਥਾ ਆਰੰਭ ਕਰਨ ਲੱਗੇ ਹਾਂ। ਹੁਕਮਨਾਮੇ 'ਚ ਆਪ ਜੀ ਦਾ ਉਪਦੇਸ਼ ਸੀ ਕਿ ਨਾਮ ਜਪਣ ਦੇ ਨਾਲ ਬੜੀ ਕਿਰਪਾ ਹੋਵੇਗੀ। ਸਮਾਪਤੀ ਤੇ ਤੁਸੀਂ ਕਿਹਾ ਹੈ ਕਿ ਨਿਤਾ ਪ੍ਰਤੀ ਜਸ ਨੂੰ ਸੁਣ, ਅੱਠੇ ਪੈਰ ਧਿਆਇਆ ਕਰ, ਤੇ ਇਹਦਾ ਕੋਈ ਮਹਾਤਮ ਕੋਈ ਲਾਭ ਹੋਵੇ ਜੀ ਦੱਸ ਦਵੋ। ਕਹਿਣ ਲੱਗੇ ਤਿਸੇ ਸਰੇਵੋ ਤਾਂ ਸੁਖ ਪਾਵੋ। ਜੇ ਭਾਈ ਉਹਨੂੰ ਸਰੇਵੋਗੇ, ਜਾਪ ਕਰੋਗੇ, ਚੇਤੇ ਕਰੋਗੇ ਤਾਂ ਹੀ ਸੁਖ ਮਿਲੇਗਾ, ਹੋਰ ਕੋਈ ਕਾਰਨ ਨਹੀਂ ਜਿਸ ਕਾਰਨ ਦੁਆਰਾ ਸੁਖਾਂ ਦੀ ਪ੍ਰਾਪਤੀ ਹੋ ਸਕੇ। ਸਤਿਗੁਰ ਮੇਲ ਮਿਲਾਈ। ਮਹਾਰਾਜ ਜੀ ਉਹ ਸੁਖ ਕਿਵੇਂ ਹੋਵੇਗਾ? ਕਹਿਣ ਲੱਗੇ ਜਦੋਂ ਉਹਨੂੰ ਚੇਤੇ ਕਰੋਗੇ, ਉਹਨੂੰ ਸੇਵੋਗੇ, ਤੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਆਪਣੇ ਮੇਲ ਸਤ ਸੰਗਤ ਵਿੱਚ ਤੁਹਾਨੂੰ ਮੇਲ ਦੇਣਗੇ। ਆਪਣਾ ਆਪ ਉਪਾਏ। ਭਾਈ ਉਹ ਪਰਮੇਸ਼ਰ ਕਿਹੋ ਜਿਹਾ? ਮਹਾਰਾਜ ਕਿਰਪਾ ਕਰਕੇ ਗੁਰਦੇਵ ਸਮਝਾਓ। ਕਹਿਣ ਲੱਗੇ ਉਹ ਭਾਈ ਆਪਣਾ ਆਪ ਹੀ ਉਪਾਏ ਪੈਦਾ ਕਰਨ ਵਾਲਾ, ਹਿਰਦੇ ਘਰ ਵਿੱਚ ਆਪਣਾ ਪ੍ਰੇਮ ਸ਼ਰਧਾ ਉਪਾਏ ਪੈਦਾ ਕਰਨ ਵਾਲਾ ਵੀ ਉਹ ਆਪ ਹੈ ਜੀ। ਅਲਖ ਨਾ ਲਖਣਾ ਜਾਈ। ਮਹਾਰਾਜ ਕੁਝ ਸਮਝਾ ਦਵੋ, ਅਸੀਂ ਉਹਦੀ ਗਿਣਤੀ ਮਿਣਤੀ ਕਰ ਲਿਆ ਕਰੀਏ, ਕੋਈ ਸਾਨੂੰ ਪਤਾ ਲੱਗ ਜਾਵੇ ਕਿ ਉਹ ਕਿਹੜਾ ਹੈ, ਕਿਵੇਂ ਦਾ ਉਹਦਾ ਪ੍ਰਯੋਜਨ ਤੇ ਕਿਵੇਂ ਦੀ ਉਹਦੀ ਨੀਤੀ ਹੈ, ਕੁਝ ਸਮਝ ਲੱਗ ਜਾਵੇ ਤੇ ਅਸੀਂ ਕੁਝ ਨਾ ਕੁਝ ਜਾਣ ਲਈਏ। ਕਹਿਣ ਲੱਗੇ ਆ ਲੱਖ ਹੈ, ਲਖਿਆ ਨਹੀਂ ਜਾਣ ਵਾਲਾ। ਉਹ ਤੇ ਭਾਈ ਨੇਤ ਕਰਕੇ ਉਹਨੂੰ ਸਾਰੇ ਧਿਆਉਂਦੇ ਨੇ, ਉਹ ਵੱਡਾ ਵੱਡਾ ਕਰਕੇ ਧਿਆਇਆ ਜਾ ਸਕਦਾ ਹੈ, ਉਹ ਅਲਖ ਲਖਿਆ ਜਾਣ ਵਾਲਾ ਨਹੀਂ ਹੈ ਜੀ। ਆਪੇ ਮਾਰ ਜਿਵਾਲੇ ਆਪੇ। ਕੋਈ ਦੱਸੋ ਹਾਂ ਮਹਾਰਾਜ, ਕੋਈ ਤੇ ਦੱਸੋ। ਕਹਿਣ ਲੱਗੇ ਲੈ ਭਾਈ ਜੇ ਤੂੰ ਨਹੀਂ ਮੰਨਦਾ ਤੇ ਤੈਨੂੰ ਥੋੜਾ ਜਿਹਾ ਸਮਝਾ ਦਿੰਦੇ ਆ। ਕਹਿੰਦੇ ਉਹ ਮਾਰਨ ਵਾਲਾ ਵੀ ਆਪੇ ਹੀ ਤੇ ਜਵਾਲਣ ਵਾਲਾ ਵੀ ਆਪੇ। ਉਹ ਇਸ ਸੰਸਾਰ ਨੂੰ ਪੈਦਾ ਵੀ ਆਪ ਕਰ ਰਿਹਾ ਹੈ ਤੇ ਨਾਸ ਵੀ ਆਪ ਹੀ ਕਰ ਰਿਹਾ ਹੈ। ਉਹ ਤਿਸ ਨੂੰ ਤਿਲ ਨਾ ਤਮਾਈ। ਤੇ ਮਹਾਰਾਜ ਫਿਰ ਉਹਨੂੰ ਹੋਵੇਗਾ ਨਾ ਜਿਹੜਾ ਏਡਾ ਵੱਡਾ ਹੈ, ਉਹ ਚਾਹੁੰਦਾ ਜ਼ਰੂਰ ਹੋਵੇਗਾ। ਅਸੀਂ ਵੇਖਿਆ ਵੱਡੇ ਵੱਡੇ ਜਿਹੜੇ ਲੋਕ ਨੇ ਨਾ, ਉਹ ਬੜਾ ਧਨ ਖਰਚਦੇ ਨੇ ਲੋਕਾਂ ਦੇ ਵਿੱਚ। ਧਨ ਖਰਚ ਕੇ ਚਾਹੁੰਦੇ ਨੇ ਕਿ ਲੋਕ ਸਾਨੂੰ ਵੱਡਾ ਵੱਡਾ ਕਹਿਣ, ਸਾਡੀ ਵਡਿਆਈ ਕਰਨ। ਉਹਨੂੰ ਇਹੋ ਜਿਹੀ ਤਮਾ ਤੇ ਕੋਈ ਹੁੰਦੀ ਹੋਵੇਗੀ ਨਾ, ਅਸੀਂ ਕੁਝ ਉਹਦੇ ਬਾਰੇ ਜਾਣ ਲਿਆ ਜੇ। ਕਹਿਣ ਲੱਗੇ ਨਹੀਂ ਭਾਈ, ਉਹਨੂੰ ਤਿਲ ਜਿੰਨੀ ਵੀ ਤਮਾ ਨਹੀਂ, ਤਿਲ ਜਿੰਨੀ ਵੀ ਤਮਾ ਤੇਰੇ ਪਾਸੋਂ ਇਹ ਤਮਾ ਵੀ ਨਹੀਂ ਕਰਦਾ ਕਿ ਤੂੰ ਉਹਦਾ ਨਾਮ ਜ਼ਰੂਰ ਜਪ। ਇਹ ਤੇ ਤੇਰਾ ਲਾਭ ਹੈ, ਉਹਦਾ ਲਾਭ ਕੋਈ ਨਹੀਂ ਕਿ ਤੇਰੇ ਨਾਮ ਜਪਣੇ ਤੇ ਉਹਦਾ ਕੋਈ ਲਾਭ ਹੋਵੇਗਾ। ਨਹੀਂ ਭਾਈ, ਉਹ ਇਸ ਗੱਲ ਦੀ ਤਮਾ ਵੀ ਨਹੀਂ ਕਰਦਾ। ਕਿਉਂ? ਆਪੇ ਮਾਰ ਜਵਾਲੇ ਆਪੇ। ਜਿਨ੍ਹਾਂ ਨੂੰ ਭਾਈ ਉਹਨੇ ਸੰਸਾਰ ਵਾਲੇ ਪਾਸਿਓਂ ਮਾਰ ਦਿੱਤਾ ਨਾ, ਉਹਨਾਂ ਨੂੰ ਅਧਿਆਤਮਕ ਰੂਪ ਵਿੱਚ ਸਤ ਸੰਗਤ ਘਰ ਵਿੱਚ ਜਵਾਲਣ ਵਾਲਾ ਵੀ ਆਪੇ ਹੈ। ਆ ਸੰਸਾਰੀ ਪਦਾਰਥਾਂ ਦੀ ਇੱਛਾ ਮਾਰਨ ਵਾਲਾ ਵੀ ਉਹ ਹੈ। ਨਾਮ ਜਪਣ ਦੀ ਇੱਛਾ ਲਾ ਕਰਕੇ ਜੀਂਦੇ ਕਰਨ ਵਾਲਾ ਵੀ ਉਹ ਆਪ ਹੀ ਹੈ, ਪਰ ਉਹ ਤਮਾ ਨਹੀਂ ਰੱਖਦਾ ਜੇ। ਇੱਕ ਦਾਤੇ ਇੱਕ ਮੰਗਤੇ ਕੀਤੇ। ਉਹ ਪਰਮੇਸ਼ਰ ਕਿਹੋ ਜਿਹਾ ਹੈ? ਲੈ ਭਾਈ ਜਾਣ ਲੈ, ਇੱਕ ਉਹਨੇ ਦਾਤੇ ਬਣਾ ਦਿੱਤੇ ਜਿਹੜੇ ਲੋਕਾਂ ਨੂੰ ਦਾਤਾਂ ਦਿੰਦੇ ਫਿਰਦੇ ਹਨ, ਲੋਕਾਂ ਨੂੰ ਵੰਡਦੇ ਫਿਰਦੇ, ਜਿਹੜੇ ਪੁੰਨੀ ਪੁਰਖ ਹਨ ਲੋਕਾਂ ਨੂੰ ਦਾਤਾਂ ਦਿੰਦੇ ਫਿਰਦੇ, ਇਹ ਉਹਨੇ ਦਾਤੇ ਕੀਤੇ ਹੋਏ ਨੇ। ਇੱਕ ਜਿਹੜੇ ਸੋ ਮੱਧਮ ਕਰਮ ਕਰਨ ਵਾਲੇ, ਕਨਿਸ਼ਟ ਕਰਮ ਕਰਨ ਵਾਲੇ ਸਨ, ਉਹਨਾਂ ਨੂੰ ਭਾਈ ਮੰਗਤੇ ਬਣਾ ਦਿੱਤਾ ਹੈ। ਇਹੋ ਜਿਹਾ ਉਹਦਾ ਸੁਭਾਅ ਹੈ ਜੇ। ਆਪੇ ਭਗਤ ਕਰਾਈ। ਤੇ ਆਪ ਵੀ ਆਪਣੀ ਸੰਗਤ ਜੋੜ ਕਰਕੇ ਉਹਨਾਂ ਪਾਸੋਂ ਭਗਤੀ ਕਰਾ ਰਿਹਾ। ਇਹ ਉਹਦਾ ਵੱਡਾ ਕਾਰਜ ਹੈ। ਵੇਖ ਉਹਦੀ ਭਗਤੀ ਕਰਾਉਣ ਦਾ ਕੰਮ ਵੇਖ ਲੈ। ਜਿਹੜੇ ਦਾਤੇ ਦਾਨੀ ਨੇ, ਜਿਹੜੇ ਉਹਨੇ ਦਾਤਾਂ ਦੇਣ ਤੇ ਲਾਏ ਹੋਏ ਨੇ,
ਉਹ ਆਪ ਵੀ ਮੰਗਤੇ ਨੇ, ਆਪ ਅੱਗੋਂ ਮੰਗ ਕੇ ਲਿਆ ਕੇ ਅੱਗੇ ਦਾਤਾਂ ਦਿੰਦੇ ਉਹਦਾ ਨਾਮ ਜਪੀ ਜਾਂਦੇ ਨੇ ਦਾਤਾਂ ਦਿੰਦੇ ਹੋਏ। ਜਿਵੇਂ ਪ੍ਰਸ਼ਾਦਾ ਵਰਤਾਉਣ ਵਾਲਾ ਵੀ ਕਹੀ ਜਾਂਦਾ ਪ੍ਰਸ਼ਾਦਾ ਵਾਹਿਗੁਰੂ, ਦਾਲਾ ਵਾਹਿਗੁਰੂ, ਉਹ ਉੱਥੇ ਭਗਤੀ ਕਰੀ ਜਾਂਦਾ ਹੈ। ਜਿਹੜਾ ਉਹਦੇ ਪਾਸੋਂ ਪ੍ਰਾਪਤ ਕਰ ਰਿਹਾ ਹੈ ਮੰਗਤਾ ਬਣ ਕੇ, ਉਹ ਵੀ ਰੱਬ ਦੇ ਨਾਂ ਤੇ ਮੰਗੀ ਜਾਂਦਾ। ਇਹ ਉਹਨੇ ਭਗਤੀ ਕਰਵਾਈ ਹੋਈ ਨਾ ਆਪਣੀ ਚਫੇਰੇ, ਐਵੇਂ ਵੀ ਭਗਤੀ ਉਹ ਆਪਣੀ ਕਰਾਈ ਜਾਂਦਾ ਹੈ। ਆਪ ਹੀ ਇਹ ਭਗਤੀ ਕਰਵਾਈ ਹੋਈ ਹੈ ਨਾ। ਦਾਤਾ ਬਣ ਕੇ ਵੀ ਭਗਤੀ ਕਰ ਰਿਹਾ ਹੈ, ਮੰਗਤਿਆਂ ਪਾਸੋਂ ਵੀ ਬੰਦਗੀ ਭਗਤੀ ਕਰਵਾਈ ਜਾਂਦਾ ਹੈ। ਅਥਵਾ ਆਪੇ ਹੀ ਉਹਦਾ ਜਿਹੜਾ ਹੈ ਇੱਕ ਦਾਤੇ ਇੱਕ ਮੰਗਤੇ ਕੀਤੇ ਇੱਕੋ ਭਾਈ। ਆਪ ਪਰਮੇਸ਼ਰ ਵਾਹਿਗੁਰੂ ਨੇ ਦਾਤੇ ਸੰਤ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਨਾਮ ਜਪਾਉਣ ਵਾਲੇ ਦਾਤੇ ਕੀਤੇ ਹਨ। ਇੱਕ ਮੰਗਤੇ ਜਿਹੜੇ ਜਗਿਆਸੂ ਬਣ ਕੇ ਉਹਨਾਂ ਦੇ ਪਾਸ ਪਹੁੰਚੇ ਨੇ। ਕਿਰਪਾ ਕਰੋ ਹੁਣ ਸਾਡੇ ਵੀ ਖੈਰ ਝੋਲੀ ਵਿੱਚ ਪਾ ਦਿਓ। ਦੋਵਾਂ ਪਾਸੋਂ ਆਪਣੀ ਭਗਤੀ ਕਰਵਾ ਰਹੇ ਹਨ। ਸੇ ਵੱਡ ਭਾਗੀ ਜਿਨੀ ਏਕੋ ਜਾਤਾ, ਉਹ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਇੱਕੋ ਹੀ ਜਾਣਨਾ ਕੀਤਾ, ਇੱਕ ਦੇਸੀ ਜਾਣਨਾ ਕੀਤਾ ਹੈ ਜੀ। ਸੱਚੇ ਰਹੇ ਸਮਾਈ, ਉਹ ਭਾਈ ਉਹਦੇ ਵਿੱਚ ਸਮਾ ਗਏ ਨੇ ਜਿਨ੍ਹਾਂ ਇਹ ਜਾਣ ਲਿਆ ਕਿ ਉਹ ਜਰੇ ਜਰੇ ਵਿੱਚ ਸਮਾਇਆ ਹੋਇਆ ਹੈ। ਅਜਿਹੀ ਕੋਈ ਥਾਂ ਨਹੀਂ ਜਿੱਥੇ ਉਹਦਾ ਵਾਸਾ ਨਹੀਂ। ਇਹ ਜਾਤਾ ਹੈ ਵੀ ਇੱਕੋ ਹੀ ਸਾਰਿਆਂ ਥਾਵਾਂ ਤੇ ਵਰਤ ਰਿਹਾ ਹੈ, ਉਹਦਾ ਹੋਰ ਕੋਈ ਰੂਪ ਰੰਗ ਨਹੀਂ ਹੈ ਜੀ। ਆਪ ਸਰੂਪ ਸਿਆਣਾ ਆਪੇ, ਆਪ ਹੀ ਭਾਈ ਸੁੰਦਰ ਸਰੂਪ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਿਆਣਿਆਂ ਤੋਂ ਸਿਆਣਾ ਹੈ ਜੀ। ਕੀਮਤ ਕਹਿਣ ਨਾ ਜਾਈ, ਉਹਦੀ ਕੀਮਤ ਜਿਹੜੀ ਹੈ ਨਾ, ਉਹਦੀ ਵਡਿਆਈ ਜਿਹੜੀ ਮਿੱਤ ਮਰਿਆਦਾ ਦੀ ਮਿੱਤ ਜਿਹੜੀ ਵਡਿਆਈ ਹੈ ਉਹ ਕਹੀ ਨਹੀਂ ਜਾਂਦੀ। ਕਿਵੇਂ ਉਹਨੇ ਸੰਸਾਰ ਦੀ ਮਰਿਆਦਾ ਬੱਧੀ ਹੋਈ ਹੈ। ਵੇਖ ਜਲ ਭਾਵੇਂ ਧਰਤੀ ਨਾਲੋਂ ਬਹੁਤੇ ਹਿੱਸੇ ਵਿੱਚ ਹੈ, ਵੱਡੀਆਂ ਛੱਲਾਂ ਵੀ ਉਹਦੇ ਵਿੱਚ ਉੱਠਦੀਆਂ ਨੇ, ਪਰ ਉਹਨੂੰ ਇਸ ਮਰਿਆਦਾ 'ਚ ਬੱਧਾ ਹੋਇਆ ਹੈ। ਉਹ ਧਰਤੀ ਨੂੰ ਆਪਣੇ ਵਿੱਚ ਡੋਬ ਨਹੀਂ ਸਕਦਾ, ਉਹਦੀ ਆਪਣੀ ਮਰਿਆਦਾ ਬੱਧੀ ਹੋਈ ਹੈ। ਧਰਤੀ ਦਾ ਹਿੱਸਾ ਜਲ ਨੂੰ ਆਪਣੇ ਵਿੱਚ ਸਮਾ ਨਹੀਂ ਸਕਦਾ, ਇਹ ਮਰਿਆਦਾ ਇਹਦੀ ਬੱਧੀ ਹੋਈ ਹੈ। ਇਹੋ ਜਿਹੀ ਮਰਿਆਦਾ, ਕਿੱਡੀ ਵੱਡੀ ਮਰਿਆਦਾ ਚਲਾਉਣ ਵਾਲਾ, ਉਹਦੀ ਕੀਮਤ ਕਹੀ ਨਹੀਂ ਜਾ ਸਕਦੀ। ਕਿਸ ਤਰੀਕੇ ਦੇ ਨਾਲ ਉਹਨੇ ਇਹ ਸਾਰੀ ਰਚਨਾ ਕੀਤੀ ਹੈ ਜੀ। ਆਪੇ ਦੁੱਖ ਸੁਖ ਪਾਏ ਅੰਤਰ, ਕਹਿੰਦੇ ਭਾਈ ਆਪ ਹੀ ਹਿਰਦੇ ਦੇ ਅੰਦਰ ਦੁੱਖ ਤੇ ਸੁਖ ਪਾਉਣ ਵਾਲਾ ਹੈ। ਆਪੇ ਭਰਮ ਭੁਲਾਈ, ਤੇ ਆਪ ਹੀ ਜੀਵਾਂ ਨੂੰ ਭਰਮ ਚ ਭੁਲਾ ਦਿੰਦਾ। ਸਿੱਧਾ ਸੰਗਤ ਨੂੰ ਤੁਰੇ ਤੁਰੇ ਆਉਂਦੇ ਨੂੰ ਕਿਸੇ ਹੋਰ ਪਾਸੇ ਤੋਰ ਦਿੰਦਾ। ਜਾ ਕੇ ਉਹ ਮੜੀਆਂ ਤੇ ਮੱਟਾਂ ਤੇ ਦੀਵੇ ਜਗਾਉਂਦਾ ਫਿਰਦਾ। ਅਜਿਹੇ ਭਰਮ ਵਿੱਚ ਵੀ ਆਪ ਹੀ ਭੁਲਾਉਣ ਵਾਲਾ ਹੈ ਜੀ। ਵੱਡਾ ਦਾਤਾ ਗੁਰਮੁਖ ਜਾਤਾ, ਉਹ ਵੱਡਾ ਦਾਤਾ ਇਹ ਗੁਰਮੁਖਾਂ ਨੇ ਜਾਣਿਆ ਹੈ। ਜਿਨ੍ਹਾਂ ਦਾ ਮੁਖ ਗੁਰੂ ਵੱਲ ਸੀ ਉਹਨਾਂ ਜਾਣ ਲਿਆ। ਉਹ ਵੱਡਾ ਦਾਤਾ ਹੈ, ਸਤਿਗੁਰ ਦਾਤਾ ਸਭਨਾ ਵਸਤੂ ਕਾ। ਉਹ ਏਡਾ ਵੱਡਾ ਦਾਤਾ ਹੈ, ਸਾਰੀਆਂ ਵਸਤੂਆਂ ਧਰਮ ਅਰਥ ਕਾਮ ਮੋਖ ਉਸ ਦਾਤੇ ਸਤਿਗੁਰੂ ਸਾਹਿਬ ਪਾਸੋਂ ਮਿਲਦੇ ਨੇ। ਇਹ ਗੁਰਮੁਖਾਂ ਨੇ ਜਾਣ ਲਿਆ ਜੀ। ਨਿਗੁਰੀ ਅੰਧ ਫਿਰੈ ਲੋਕਾਈ, ਤੇ ਜਿਹੜੇ ਨਗੁਰੇ ਨੇ ਜਿਨ੍ਹਾਂ ਨੇ ਗੁਰੂ ਧਾਰਨ ਨਹੀਂ ਕੀਤਾ, ਅਜੇ ਖੰਡੇ ਬਾਟੇ ਦੀ ਪੌਲ ਗ੍ਰਹਿਣ ਨਹੀਂ ਕੀਤੀ, ਅਜੇ ਝੇਡਾਂ ਹੀ ਕਰੀ ਜਾਂਦੇ ਨੇ, ਅਜੇ ਮਨ ਚ ਵਿਚਾਰ ਬਣਾਈ ਨਹੀਂ। ਗੁਰਦੇਵ ਕਹਿੰਦੇ ਉਹ ਅੰਨੇ ਹੋਏ। ਉਹ ਲੋਕਾਈ ਜਿਹੜੀ ਅੰਨੀ ਹੋਈ, ਉਹ ਦੁਨੀਆ ਵਿਰਾਗ ਤੇ ਵਿਵੇਕ ਰੂਪੀ ਨੇਤਰਾਂ ਤੋਂ ਅੰਨੀ ਹੋਈ ਤੁਰੀ ਫਿਰਦੀ ਹੈ। ਨਹੀਂ ਚਿੱਤ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਰੂਪੀ ਜੋਤੀ ਬਲਦੀ। ਇਸ ਕਰਕੇ ਨਗੁਰਿਆਂ ਦਾ, ਜਿਹਨੂੰ ਆਪਾਂ ਕਹਿੰਦੇ ਨਗੁਰੇ ਕਾ ਹੈ ਨਾਉ ਬੁਰਾ, ਉਹਨਾਂ ਦਾ ਤੇ ਨਾਂ ਲੈਣਾ ਵੀ ਬੁਰਾ ਭਾਈ। ਜਿੰਨਾ ਐਸੇ ਸਤਿਗੁਰੂ ਸਾਹਿਬ ਜੀ ਨੂੰ ਜਾਤਾ ਜਾਣਿਆ ਹੀ ਨਹੀਂ, ਇਹ ਤੇ ਗੁਰਮੁਖਾਂ ਨੇ ਜਾਣਿਆ ਹੈ ਨਾ। ਸੋ ਨਗੁਰੀ ਅੰਧ ਫਿਰੈ ਲੁਕਾਈ, ਨਗੁਰੀ ਹੋ ਕਰਕੇ ਜਨਤਾ ਲੁਕਾਈ ਐਵੇਂ ਭਰਮ ਚ ਭੁੱਲੀ ਹੋਈ ਹੈ ਜੀ। ਜਿਨੀ ਚਾਖਿਆ ਤਿਨਾ ਸਾਧ ਆਇਆ। ਸੋ ਮਹਾਰਾਜ ਇਹ ਸਵਾਦ ਕੀ ਹੈ ਕਿ ਇਹ ਚਰਖੜੀ ਤੇ ਵੀ ਨਹੀਂ ਉਤਰਦਾ, ਇਹ ਬੰਦ ਕਟਾਇਆ ਵੀ ਨਹੀਂ ਜਾਂਦਾ, ਇਹ ਖੋਪੜ ਲੋਹਾਇਆ ਵੀ ਨਹੀਂ ਜਾਂਦਾ। ਐਸਾ ਸਵਾਦ ਹੈ ਕਿ ਆਪ ਜੀ ਦੀ ਸਕੀ ਦਾ। ਕਹਿਣ ਲੱਗੇ ਭਾਈ ਜਿੰਨਾ ਚਾਖਿਆ, ਜਿੰਨਾ ਇਹਨੂੰ ਚਖਿਆ ਹੈ, ਜਿੰਨੇ ਸਜਣਾ ਜ਼ਬਾਨ ਤੇ ਰੱਖਿਆ ਪਤਾ ਤੇ ਉਹਨੂੰ ਲੱਗੇਗਾ ਨਾ, ਸਵਾਦ ਤੇ ਉਹਨੂੰ ਆਵੇਗਾ, ਦੂਸਰੇ ਨੂੰ ਸਵਾਦ ਕੀ ਆਵੇਗਾ। ਜੇ ਵਾਹਿਗੁਰੂ ਮੰਤਰ ਜਪਿਆ ਹੀ ਨਹੀਂ, ਜੇ ਮੂਲ ਮੰਤਰ ਜਪਿਆ ਹੀ ਨਹੀਂ, ਜੇ ਝਗੜਿਆਂ 'ਚ ਹੀ ਪਿਆਰਿਆ, ਕਿੰਨਾ ਕੁ ਪੜਨਾ ਕਿੰਨਾ ਕੁ ਨਹੀਂ ਪੜਨਾ, ਪੜ੍ਹ ਕੇ ਤੇ ਵੇਖ। ਜਿੰਨਾ ਚਿੱਤ ਕਰਦਾ ਉਹਨਾਂ ਪੜ੍ਹ ਕੇ ਵੇਖ। ਜਦੋਂ ਸਵਾਦ ਆਇਆ ਨਾ, ਉਦੋਂ ਸਜਣਾ ਫਿਰ ਰੋਮ ਰੋਮ ਕਰਕੇ ਖਿੜ ਜਾਵੇਂਗਾ, ਆਨੰਦ 'ਚ ਆ ਜਾਵੇਂਗਾ। ਜਿਹਨੇ ਚੱਖਿਆ ਹੈ, ਜਿਹਨੇ ਜ਼ਬਾਨ ਤੇ ਨਹੀਂ ਭਲਾ ਰੱਖਿਆ। ਜੇ ਲੰਗਰ ਚੋਂ ਪ੍ਰਸ਼ਾਦਾ ਜਾ ਕੇ ਬੁਰਕੀ ਤੋੜ ਕੇ ਮੂੰਹ 'ਚ ਪਾਈ ਨਹੀਂ,
ਕੀ ਪਤਾ ਸਲੂਣੀ ਹੈ ਤੇ ਫਿੱਕੀ ਹੈ। ਇਵੇਂ ਜੇ ਵਾਹਿਗੁਰੂ ਮੰਤਰ, ਜੇ ਗੁਰੂ ਕੀ ਕੀਰਤੀ, ਜੇ ਪਾਵਨ ਗੁਰਬਾਣੀ ਦਾ ਜਾਪ, ਜੇ ਸ੍ਰੀ ਜਪਜੀ ਸਾਹਿਬ ਇਹ ਦਸਨਾ ਦੁਆਰਾ ਨਹੀਂ ਪੜਿਆ, ਜੇ ਜਾਪ ਸਾਹਿਬ ਨਹੀਂ ਪੜਿਆ, ਜੇ ਸਵਈਏ ਨਹੀਂ ਪੜੇ, ਜੇ ਚੌਪਈ ਸਾਹਿਬ ਨਹੀਂ ਪੜੀ, ਜੇ ਆਨੰਦ ਸਾਹਿਬ ਨਹੀਂ ਪੜਿਆ, ਰਹਿਰਾਸ ਸਾਹਿਬ ਨਹੀਂ ਕੀਤੀ, ਕੀਰਤਨ ਸੋਹਲਾ ਨਹੀਂ ਕੀਤਾ, ਤੇ ਸਵਾਦ ਪਤਾ ਕਿਵੇਂ ਲੱਗੇਗਾ ਭਲਾ। ਜੇ ਪੁੱਛਦਾ ਹੀ ਰਿਹਾ ਕਿ ਵੇਖਿਆ ਹੀ ਨਹੀਂ, ਕੇਵਲ ਪੁੱਛਦਾ ਹੀ ਰਿਹਾ, ਫਿਰ ਸੱਜਣਾ ਬਾਤ ਬਣੇਗੀ ਨਹੀਂ। ਜਿਨ੍ਹਾਂ ਨੇ ਚਖਿਆ, ਗੁਰਦੇਵ ਕਹਿੰਦੇ ਉਹਨਾਂ ਨੂੰ ਸਵਾਦ ਆਇਆ, ਦੂਜਿਆਂ ਨੂੰ ਨਹੀਂ ਜੀ। ਸਤਿਗੁਰ ਬੂਝ ਬੁਝਾਈ, ਇਹ ਗੁਰਦੇਵ ਜੀ ਨੇ ਸੱਚੀ ਬੂਝ ਜਾਣਕਾਰੀ ਦਿੱਤੀ। ਜੇ ਚਖੇਗਾ ਤੇ ਫਿਰ ਪਤਾ ਲੱਗੇਗਾ ਜੀ। ਇਕ ਨਾ ਨਾਵੋਂ ਆਪ ਭੁਲਾਈ, ਇੱਕ ਤੇ ਆਪ ਭੁਲਾਏ ਹੋਏ ਨੇ ਪਰਮੇਸ਼ਰ ਵਾਹਿਗੁਰੂ ਨੇ। ਇਕ ਨਾ ਗੁਰਮੁਖ ਦੇ ਬੁਝਾਈ, ਇੱਕ ਨਾ ਨੂੰ ਗੁਰਮੁਖ ਕਰਕੇ ਬੁਝਾਈ, ਜਾਣਾ ਦਿੱਤਾ ਇਹ ਰਸਤਾ ਜੀ। ਸਦਾ ਸਦਾ ਸਲਾਹੇ ਹੋ ਸੰਤੋ, ਇਸ ਕਰਕੇ ਭਾਈ ਉਸ ਪਰਮੇਸ਼ਰ ਵਾਹਿਗੁਰੂ ਨੂੰ ਸਦਾ ਸਲਾਹਣਾ ਕਰੋ। ਇਸ ਦੀ ਵੱਡੀ ਵਡਿਆਈ, ਉਹਦੀ ਇਹ ਵੱਡੀ ਵਡਿਆਈ ਹੈ ਜਿਸ ਨੇ ਇਹ ਸਤ ਸੰਗਤ ਬਣਾ ਕਰਕੇ ਕਿੰਨੇ ਜੀਵਾਂ ਦਾ ਉਧਾਰ ਕਰ ਦਿੱਤਾ ਹੈ। ਤਿਸ ਬਿਨ ਅਵਰ ਨਾ ਕੋਈ ਰਾਜਾ। ਵੇਖੋ ਭਾਈ, ਇਹ ਵੱਡੀ ਵਡਿਆਈ ਨਹੀਂ, ਉਹ ਪਰਮੇਸ਼ਰ ਵਾਹਿਗੁਰੂ ਦੀ। ਚੇਤੇ ਕਰਕੇ ਵੇਖੋ, ਜੇ ਭਲਾ ਭਾਈ ਮੂੰਹ 'ਚ ਬੀੜੀਆਂ ਤੇ ਤਮਾਕੂ ਗੰਦਗੀ ਪਈ ਹੁੰਦੀ ਤੇ ਕਿੱਧਰ ਨੂੰ ਜਾਣਾ ਸੀ ਭਲਾ। ਇਹ ਵੱਡੀ ਵਡਿਆਈ ਹੈ, ਇਹ ਸੰਗਤ ਬਣਾ ਕਰਕੇ ਐਸੀ ਗੰਦਗੀ ਤੋਂ ਬਚਾ ਦਿੱਤਾ। ਭੈੜੀ ਕੌੜੀ ਸ਼ਰਾਬ ਤੋਂ ਇਹ ਜ਼ਬਾਨ ਨੂੰ ਹਟਾ ਦਿੱਤਾ। ਸੋ ਭਾਈ ਕਿੱਡੀ ਗੰਦੀ ਬੋ ਨਿਸਾਵਰ ਖਾਣ ਵਾਲਿਆਂ ਦੇ ਸਰੀਰ ਦੇ ਪਾਸੋਂ, ਜਿਵੇਂ ਵਿਸਟਾ ਦੇ ਵਿੱਚ ਲੇਟ ਕੇ ਆਏ ਹੁੰਦੇ ਨੇ, ਇਹੋ ਜੀ ਗੰਦਗੀ ਬੋ ਆਉਂਦੀ ਹੈ ਸਰੀਰਾਂ ਦੇ ਵਿੱਚੋਂ। ਕੋਈ ਨੇੜੇ ਨਹੀਂ ਬਹਿਣ ਦਿੰਦਾ, ਕਹਿੰਦੇ ਪਰੇ ਜਾ ਕੇ ਮਰ, ਕੀ ਗੰਦ ਪਾਇਆ ਹੋਇਆ। ਇਹ ਵੱਡੀ ਵਡਿਆਈ ਨਾ ਪਰਮੇਸ਼ਰ ਵਾਹਿਗੁਰੂ ਦੀ। ਐਸੀ ਉਹਨੇ ਕਿਰਪਾ ਕੀਤੀ ਹੈ, ਦਿਆਲਤਾ ਕੀਤੀ ਹੈ, ਐਸੀ ਉਸ ਪਰਮੇਸ਼ਰ ਵਾਹਿਗੁਰੂ ਦੀ ਵੱਡੀ ਵਡਿਆਈ ਜਿਹੜੀ ਸਾਨੂੰ ਜਣਾਉਣਾ ਕੀਤੀ ਹੈ। ਇਸ ਕਰਕੇ ਤਿਸ ਬਿਨ ਅਵਰ ਨਾ ਕੋਈ ਰਾਜਾ, ਉਹਦੇ ਤੋਂ ਬਿਨਾ ਕੋਈ ਰਾਜਾ ਦੂਸਰਾ ਹੈ ਨਹੀਂ ਇਸ ਸੰਸਾਰ ਦਾ ਪਾਲਣਹਾਰਾ। ਕਰਤ ਪਾਵਸ ਬਣਤ ਬਣਾਈ, ਜਿਨੇ ਪਾਈ ਆਪ ਹੀ ਕਿਰਪਾ ਕਰਕੇ, ਰਹਿਮਤ ਕਰਕੇ, ਸੋ ਇਹ ਸਾਰੀ ਬਣਤ ਨੂੰ ਬਣਾਉਣਾ ਕੀਤਾ ਹੈ। ਨਿਆਉ ਤਿਸੈ ਕਾ ਹੈ ਸਦ ਸਾਚਾ, ਉਹਦਾ ਭਾਈ ਸੱਚਾ ਨਿਆਂ ਹੈ, ਸਦਾ ਵਾਸਤੇ ਨਿਆਈ ਰਾਜਾ ਹੈ ਉਹ ਅਕਾਲ ਪੁਰਖ ਵਾਹਿਗੁਰੂ। ਵਿਰਲੇ ਹੁਕਮ ਮਨਾਈ, ਪਰ ਵਿਰਲੇ ਨੇ, ਹੈਣ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ ਵਿਰਲੇ ਨੇ ਜਿਨ੍ਹਾਂ ਨੂੰ ਆਪਣਾ ਹੁਕਮ ਬਣਾਉਣਾ ਕੀਤਾ ਹੈ ਜੀ। ਇਸਨੋ ਪ੍ਰਾਣੀ ਸਦਾ ਤੇ ਆਵੋ, ਇਸ ਕਰਕੇ ਭਾਈ ਉਸ ਨੂੰ ਹੇ ਪ੍ਰਾਣਾ ਧਾਰੀ ਜੀਵੋ ਸਦਾ ਵਾਸਤੇ ਧਿਆਉਣਾ ਕਰੋ। ਜਿਨ ਗੁਰਮੁਖ ਬਣਤ ਬਣਾਈ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਾਰੀ ਬਣਤ ਬਣਾਉਤ ਬਣਾਈ ਹੋਈ ਹੈ। ਸਤਿਗੁਰ ਭੇਟੈ ਸੋ ਜਨ ਸੀਜੈ, ਜਿਨ੍ਹਾਂ ਨੇ ਭਾਈ ਉਹ ਸਤਿਗੁਰੂ ਸਾਹਿਬ ਜੀ ਨੂੰ ਭੇਟੇ, ਸਿਮਰਨਾ ਕੀਤਾ ਹੈ, ਮੰਨਿਆ ਹੈ, ਉਹ ਸੀਜੇ ਅਜਿੱਤ ਹੋ ਗਏ ਹਨ। ਜਿਸ ਹਿਰਦੈ ਨਾਮ ਵਸਾਈ, ਜਿਨ੍ਹਾਂ ਨੇ ਹਿਰਦੇ ਵਿੱਚ ਨਾਮ ਵਸਾਉਣਾ ਕੀਤਾ ਹੈ ਜੀ। ਸੱਚਾ ਆਪ ਸਦਾ ਹੈ ਸਾਚਾ, ਉਹ ਆਪ ਵੀ ਸੱਚਾ ਹੈ ਅਕਾਲ ਪੁਰਖ ਵਾਹਿਗੁਰੂ, ਸਦਾ ਸੱਚਾ ਰਹਿਣ ਵਾਲਾ ਹੈ ਜੀ। ਬਾਣੀ ਸ਼ਬਦ ਸੁਣਾਈ, ਇਹ ਭਾਈ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਹ ਸੱਚੀ ਬਾਣੀ ਸਤਿਗੁਰੂ ਸਾਹਿਬ ਜੀ ਨੇ ਸੁਣਾਉਣਾ ਕੀਤੀ ਹੈ ਜੀ। ਨਾਨਕ ਸੁਣ ਵੇਖ ਰਹਿਆ ਵਿਸਮਾਦ, ਮਹਾਰਾਜ ਜੀ ਕਹਿੰਦੇ ਭਾਈ ਐਸੇ ਗੁਣਾਂ ਨੂੰ ਵੇਖ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਅਥਵਾ ਜਿੰਨੀ ਸੰਗਤ ਜਦੋਂ ਇਹ ਸਾਰੇ ਗੁਣ ਸੁਣੇ, ਵਿਸਮਾਦ ਹੈਰਾਨਗੀ ਚ ਹੋ ਗਈ, ਅਚਰਜਤਾ ਬਣ ਗਏ, ਅਥਵਾ ਆਨੰਦ ਵਿੱਚ, ਵਿਸਮਾਦ ਆਨੰਦ ਵਿੱਚ ਵੀ ਆ ਗਏ ਹਾਂ ਜੀ। ਮੇਰਾ ਪ੍ਰਭ ਰਵਿਆ ਸਰਬ ਥਾਈ, ਜਦੋਂ ਇਹ ਪਤਾ ਲੱਗ ਗਿਆ ਕਿੰਨਾ ਆਨੰਦ ਬਣ ਆਇਆ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੂੰ, ਜਿਹੜਾ ਮੇਰਾ ਮਾਲਕ ਹੈ, ਜਿਹੜਾ ਮੇਰਾ ਪਰਮੇਸ਼ਰ ਹੈ, ਉਹ ਭਾਈ ਸਾਰਿਆਂ ਥਾਵਾਂ ਤੇ ਰਵਿਆ ਹੋਇਆ ਹੈ। ਚਿੰਤਾ ਭਲਾ ਕਿਸ ਬਾਤ ਦੀ ਕਰਨੀ ਹੈ। ਮੈਂ ਜਿੱਥੇ ਜਾਵਾਂ, ਜਿਵੇਂ ਕੋਈ ਧਰਮ ਕਿਸੇ ਦੀ ਪਤਨੀ ਬੀਬੀ ਕਿਤੇ ਚਲੇ ਜਾਵੇ, ਉਹਨੂੰ ਇਹ ਪਤਾ ਲੱਗੇ ਮੇਰਾ ਪਤੀ ਇੱਥੇ ਸਹਾਈ ਖੜਾ ਹੈ, ਉਹਨੂੰ ਫਿਰ ਚਿੰਤਾ ਕਾਦੀ ਹੈ। ਨਾ ਤੇ ਉਹ ਨਖਸਮੀ ਹੋਈ ਤੇ ਨਾ ਹੀ ਕੋਈ ਉਹਦੀ ਇੱਜ਼ਤ ਪੱਤ ਵੱਲ ਵੇਖ ਸਕੇਗਾ। ਇਸ ਕਰਕੇ ਆਨੰਦ ਵਿੱਚ ਆ ਗਏ ਗੁਰੂ ਕੇ ਸਿੱਖ, ਆਨੰਦ ਚ ਸੰਤ ਤੇ ਭਗਤ ਹੋ ਗਏ ਕਿ ਮੇਰਾ ਪਤੀ ਪਰਮੇਸ਼ਰ ਵਾਹਿਗੁਰੂ ਸਾਰਿਆਂ ਥਾਵਾਂ ਤੇ ਰਵਿਆ ਹੋਇਆ ਹੈ। ਇਹ ਭਾਈ ਪਾਵਨ ਉਪਦੇਸ਼ ਜੋ ਪਵਿੱਤਰ ਗੁਰੂ ਕੀ ਲੜੀਵਾਰ ਗੁਰਬਾਣੀ ਤੇ ਹੁਕਮਨਾਮੇ ਦੁਆਰਾ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਪਾਵਨ ਗੁਰਬਾਣੀ ਦੀ ਕਥਾ ਕਰਦਿਆਂ ਇੱਕ ਨਹੀਂ
ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ। ਬਖਸ਼ ਲੈਣੀਆਂ ਅਗਾਹਾਂ ਤੋਂ ਸਮਤ ਬਖਸ਼ਣੀ ਜੀ। ਦੇਹੋ ਸਜਣ ਆਸੀਸੜੀਆਂ, ਜੇ ਹੋਵੇ ਸਾਹਿਬ ਸਿਉ ਮੇਲ, ਲੇਖੇ ਕਤੇ ਨਾ ਛੁਟੀਐ ਖਿਣ ਖਿਣ ਭੂਲਣ ਹਾਰ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸੱਚਾ ਆਪ ਸਦਾ ਹੈ ਸਾਚਾ, ਬਾਣੀ ਸ਼ਬਦ ਸੁਹਾਈ। ਨਾਨਕ ਸੁਣ ਵੇਖ ਰਹਿਆ ਵਿਸਮਾਦ, ਮੇਰਾ ਪ੍ਰਭ ਰਵਿਆ ਸਰਬ ਥਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।